ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਸਤਿਨਾਮ ਧੰਨ ਵਾਹਿਗੁਰੂ ਜੀ। ਆਸਾ ਕੋਰੀ ਕੋ ਕਾਹੂ ਮਰਮ ਨ ਜਾਨਾ ਸਭ ਜਗ ਆਨ ਤਨਾਇਓ ਤਾਨਾ ਰਹਾਉ ਜਬ ਤੁਮ ਸੁਨ ਲੈ ਵੇਦ ਪੁਰਾਨਾ ਤਮ ਹਮ ਇਤਨਕ ਪਸਰਿਓ ਤਾਨਾ ਤਰਨ ਆਕਾਸ਼ ਕੀ ਕਰ ਗਹਿ ਬਨਾਈ ਚੰਦ ਸੂਰਜ ਦੋਇ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਹ ਤਾਤੀ ਮਨ ਮਾਨਾ ਜੋ ਲਾਹੇ ਘਰ ਆਪਣਾ ਚੀਨਹ ਘਟ ਹੀ ਰਾਮ ਪਛਾਨਾ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋਂ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਬਾਇਮਾਨ ਹੋਏ ਬੈਠੇ ਸਤਸੰਗੀ ਜਨੋ, ਗੁਰੂ ਨੇ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਗੋਦ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਬਾਬਾ ਜੀ ਦਾ ਫਰਮਾਨ ਹੈ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਇਸ ਬਾਣੀ ਦੇ ਰਾਹੀਂ ਗੁਰੂ ਮਹਾਰਾਜ ਜੋ ਸਾਨੂੰ ਅਗਮ ਨਿਗਮ ਦੀਆਂ ਬਾਤਾਂ ਸੁਣਾਉਂਦੇ ਹਨ,
ਉਹਨਾਂ ਰਾਹੀਂ ਸਾਨੂੰ ਸਪੁੱਤਰ ਬਣਾਉਣ ਦਾ ਯਤਨ ਹੈ ਗੁਰਬਾਣੀ ਦਾ ਕਿ ਅਸੀਂ ਸਾਰੇ ਸਪੁੱਤਰ ਬਣ ਸਕੀਏ। ਸੋ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੋ ਆਪਾਂ ਵਿਚਾਰ ਰਹੇ ਹਾਂ, ਅੱਜ ਆਸਾ ਰਾਗ ਦਾ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 36ਵਾਂ ਸ਼ਬਦ ਹੈ। ਪਾਵਨ ਅੰਕ 484 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਇਸ ਸ਼ਬਦ ਦੇ ਨਾਲ ਜੁੜਦੇ ਹਾਂ। ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਗੁਰੂ ਮਹਾਰਾਜ ਜੀ ਨੂੰ ਝੁਕਾਓ ਸੀਸ। ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਵਸਨੀਕ ਹਨ। ਬਨਾਰਸ ਗੰਗਾ ਦੇ ਕਿਨਾਰੇ 'ਤੇ ਸਥਿਤ ਹੈ। ਪੁਰਾਤਨ ਸਮੇਂ ਦੇ ਅੰਦਰ ਗੰਗਾ ਦੇ ਆਲੇ ਦੁਆਲੇ ਉੱਚੀ ਜਾਤੀ ਦੇ ਲੋਕ ਆਓ ਕਿ ਬ੍ਰਾਹਮਣ ਵਸੇ ਹੋਏ ਸਨ ਅਤੇ ਬ੍ਰਾਹਮਣਾਂ ਦੀ ਸੇਵਾ ਵਾਸਤੇ ਇੱਕ ਇਲਾਕਾ ਪੈਂਦਾ ਮਾਂਡੂਰ। ਮਾਂਡੂਰ ਦੇ ਅੰਦਰ ਸਾਰੇ ਹੀ ਨੀਵੀਂ ਜਾਤੀ ਦੇ ਲੋਕ ਰਹਿੰਦੇ ਸਨ, ਜਿਨ੍ਹਾਂ ਨੂੰ ਸ਼ੂਦਰ ਕਰਕੇ ਦੁਰਕਾਰਿਆ ਜਾਂਦਾ ਸੀ। ਉਸੀ ਮਾਂਡੂਰ ਇਲਾਕੇ ਦੇ ਵਿੱਚ ਭਗਤ ਰਵਿਦਾਸ ਜੀ ਰਹੇ। ਉੱਥੇ ਹੀ ਭਗਤ ਕਬੀਰ ਸਾਹਿਬ ਜੀ ਰਹੇ। ਔਰ ਇਹਨਾਂ ਲੋਕਾਂ ਦਾ ਕੰਮ ਸੀ ਉੱਚੀ ਜਾਤੀ ਦੇ ਲੋਕਾਂ ਦੀ ਸੇਵਾ ਕਰਨੀ। ਭਾਵੇਂ ਉਹਨਾਂ ਵਾਸਤੇ ਕੱਪੜੇ ਤਿਆਰ ਕਰਕੇ ਦੇਣੇ ਨੇ, ਭਾਵੇਂ ਉਹਨਾਂ ਦੇ ਪੈਰਾਂ ਵਾਸਤੇ ਜੁੱਤੀਆਂ ਤਿਆਰ ਕਰਕੇ ਦੇਣੀਆਂ ਨੇ, ਭਾਵੇਂ ਉਹਨਾਂ ਦੀ ਗਲੀਆਂ ਦੀ ਗੰਦਗੀ ਸਾਫ਼ ਕਰਨੀ ਹੈ। ਆਓ ਕਿ ਉਹਨਾਂ ਦੇ ਟੋਟਲੀ ਕੰਮ ਮਾਂਡੂਰ ਵਿੱਚ ਰਹਿਣ ਵਾਲੇ ਉਹ ਲੋਕ ਜੋ ਸ਼ਾਸਤਰ ਅਨੁਸਾਰ ਸ਼ੂਦਰ ਆਖੇ ਜਾਂਦੇ ਸਨ, ਉਹਨਾਂ ਦਾ ਕੰਮ ਸੀ ਉਹਨਾਂ ਸਾਰਿਆਂ ਦੀ ਸੇਵਾ ਕਰਨੀ। ਭਗਤ ਕਬੀਰ ਸਾਹਿਬ ਜੀ ਵੀ ਉੱਥੇ ਹੀ ਰਹਿੰਦੇ ਹਨ ਔਰ ਜਾਤ ਦੇ ਜੁਲਾਏ ਹਨ ਅਤੇ ਬ੍ਰਾਹਮਣ ਦੀ ਨਜ਼ਰ ਵਿੱਚ ਉਹ ਸ਼ੂਦਰ ਹਨ। ਔਰ ਸ਼ੂਦਰ ਨੂੰ ਸ਼ਾਸਤਰ ਜਿਹੜੇ ਨੇ ਉਹ ਭਜਨ ਕਰਨ ਦੀ ਆਗਿਆ ਨਹੀਂ ਦਿੰਦੇ। ਉਹਨਾਂ ਨੂੰ ਬੰਦਗੀ ਕਰਨ ਦਾ ਹੱਕ ਪ੍ਰਦਾਨ ਨਹੀਂ ਹੈ, ਪ੍ਰਾਪਤ ਨਹੀਂ ਹੈ। ਇਸ ਕਰਕੇ ਜਦੋਂ ਅਸੀਂ ਭਗਤ ਜੀ ਦਾ ਜੀਵਨ ਦੇਖਦੇ ਹਾਂ, ਉਹਨਾਂ ਦਾ ਜੀਵਨ ਇੱਕ ਬੜਾ ਕ੍ਰਾਂਤੀਕਾਰੀ ਜੀਵਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੋਵੇ, ਜਿਨ੍ਹਾਂ ਲੋਕਾਂ ਨੂੰ ਉੱਚੀ ਜਾਤੀ ਦੇ ਲੋਕਾਂ ਦੀ ਸੇਵਾ ਕਰਨ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੋਵੇ, ਉਹ ਲੋਕ ਜਦੋਂ ਸਫਾਈ ਕਰਨ ਵੀ ਆਉਂਦੇ ਸੀ ਉਦੋਂ ਆਉਂਦੇ ਸਨ ਜਦੋਂ ਕਿ ਬ੍ਰਾਹਮਣ ਸੁੱਤੇ ਹੁੰਦੇ ਸਨ, ਜਾਂ ਫਿਰ ਉਹ ਆਪਣੇ ਗਲ ਵਿੱਚ ਟੱਲੀ ਬੰਨ੍ਹ ਕੇ ਰੱਖਦੇ ਸਨ ਤਾਂ ਕਿ ਉਹ ਆਣ, ਟੱਲੀ ਵੱਜੇਗੀ, ਪਤਾ ਲੱਗੇਗਾ ਵੀ ਕਿ ਸ਼ੂਦਰ ਸਾਡੇ ਘਰਾਂ ਦੀ ਬਾਹਰ ਸਫਾਈ ਕਰਨ ਵਾਸਤੇ ਆਇਆ, ਗੰਦਗੀ ਸਾਫ਼ ਕਰਨ ਵਾਸਤੇ ਆਇਆ। ਉਸਨੂੰ ਇੰਨਾ ਵੀ ਅਧਿਕਾਰ ਨਹੀਂ ਕਿ ਉਹ ਆਪਣੀ ਮਨਮਾਨੀ ਦੀ ਜ਼ਿੰਦਗੀ ਜੀ ਸਕੇ, ਸਗੋਂ ਉਸਦੇ ਗਲ ਵਿੱਚ ਇੱਕ ਰੱਸਾ ਪਾ ਕੇ ਇੱਕ ਝਾੜੂ ਪਿੱਛੇ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਕਿ ਉਸਦੇ ਜਿਹੜੇ ਪੈਰਾਂ ਦੇ ਨਿਸ਼ਾਨ ਨੇ ਉਹ ਵੀ ਖਤਮ ਹੋ ਜਾਣ। ਕਿਤੇ ਐਸਾ ਨਾ ਹੋਵੇ ਕਿ ਉਹਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਣ ਅਤੇ ਸਾਡਾ ਧਰਮ ਕਰਮ ਭ੍ਰਸ਼ਟ ਨਾ ਹੋ ਜਾਏ। ਐਡੀ ਨਫ਼ਰਤ ਕਰਦੇ ਸਨ ਉਹਨਾਂ ਨਾਲ। ਇਸ ਸ਼ਬਦ ਦੀ ਖਾਸੀਅਤ ਕੀ ਹੈ? ਮੈਂ ਇਸ ਗੱਲ ਕਰਕੇ ਗੱਲਾਂ ਤਾਂ ਕਰ ਰਿਹਾ ਕਿਉਂਕਿ ਸ਼ਬਦ ਦੇ ਜਿਹੜੇ ਪਿਛੋਕੜ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਅਤਿ ਜ਼ਰੂਰੀ ਹਨ। ਕਿਉਂਕਿ ਕਈ ਵਾਰੀ ਆਪਾਂ ਸ਼ਬਦ ਸੁਣ ਲੈਂਦੇ ਹਾਂ ਜਾਂ ਪਾਠ ਦੇ ਰੂਪ ਦੇ ਵਿੱਚ ਜਾਂ ਕੀਰਤਨ ਦੇ ਰੂਪ ਵਿੱਚ,
ਪਰ उसदे पिछे जो फिलोसफी काम कर रही होंदी है, जिहड़ी विचारधारा काम कर रही होंदी, कई बार साडे जहन च नहीं वो गल्लां आउंदियां। ਇੱਥੇ तक कि जिथे भगत कबीर साहब जी नूं ਉਹ ਚਿੜਾਉਂਦੇ ਹਨ, ਨੀਵੀਂ ਜਾਤੀ ਕਰਕੇ ਦੁਰਕਾਰਦੇ ਨੇ, ਉਹਨਾਂ ਨਾਲ ਨਫ਼ਰਤ ਕਰਦੇ ਨੇ, ਪਰ ਕਬੀਰ ਸਾਹਿਬ ਉਹਨਾਂ ਦੀ ਇਸ ਨਫ਼ਰਤ ਨੂੰ ਮਖੌਲ ਕਰਦੇ ਹਨ ਇਸ ਸ਼ਬਦ ਦੇ ਰਾਹੀਂ ਵੀ ਤੁਸੀਂ ਸੱਚੀ ਮੈਨੂੰ ਜੁਲਾਇਆ ਕਹਿੰਦੇ ਹੋ, ਨੀਵੀਂ ਜਾਤੀ ਦਾ ਕਹਿੰਦੇ ਹੋ, ਮੇਰਾ ਕੰਮ ਹੈ ਕੱਪੜੇ ਤਿਆਰ ਕਰਨਾ, ਕੱਪੜੇ ਬੁਣਨਾ। ਕਹਿਣ ਲੱਗੇ ਮੈਂ ਇਕੱਲਾ ਜੁਲਾਇਆ ਨਹੀਂ ਹਾਂ, ਜੇ ਤੁਸੀਂ ਮੈਨੂੰ ਜੁਲਾਇਆ ਕਹਿੰਦੇ ਹੋ ਤਾਂ ਮੇਰਾ ਪਰਮਾਤਮਾ ਵੀ ਜੁਲਾਇਆ ਹੈ, ਜਿਸ ਰੱਬ ਦੇ ਤੁਸੀਂ ਭਜਨ ਕਰਨ ਦਾ ਅਧਿਕਾਰ ਆਪਣੇ ਹੱਥ ਵਿੱਚ ਲਿਆ ਹੋਇਆ, ਜਿਸ ਦੀ ਬੰਦਗੀ ਕਰਨ ਦੀ ਤੁਸੀਂ ਰੋਲਾ ਪਾਉਂਦੇ ਵੀ ਜਿਹਦੀ ਅਸੀਂ ਬੰਦਗੀ ਕਰ ਰਹੇ ਹਾਂ। ਔਰ ਤੁਸੀਂ ਦੇਖੋ ਕਿ ਉਸੀ ਇਲਾਕੇ 'ਚ ਭਗਤ ਰਵਿਦਾਸ ਜੀ ਰਹੇ ਅਤੇ ਉਹਨਾਂ ਨੇ ਵੀ ਚਮਰਤਾ ਗਾਠ ਨਾ ਜਨਈ ਲੋਕ ਗਠਾਵੇ ਪਨਈ। ਉਹਨਾਂ ਨੇ ਆਪਣੀ ਬਾਣੀ ਵਿੱਚ ਬੇਅੰਤ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਸ ਵੇਲੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ, ਉਹਨਾਂ ਨੇ ਆਪਣੀ ਜਾਤੀ ਨੂੰ ਹਥਿਆਰ ਬਣਾ ਕੇ ਉਹਨਾਂ ਨੂੰ ਮਖੌਲ ਕੀਤੀ, ਉੱਚੀ ਜਾਤੀ ਦੇ ਲੋਕਾਂ ਨੂੰ, ਕਿ ਕੋਈ ਸ਼ੱਕ ਨਹੀਂ ਕਿ ਮੈਂ ਚਮਾਰ ਹਾਂ। ਜੋ ਹਮ ਕਹਿੰਦੇ ਜਿਹੜਾ ਸਾਡੇ ਸ਼ਹਿਰ ਦਾ ਵਸਨੀਕ ਹੈ ਉਹ ਸਾਡਾ ਮਿੱਤਰ ਹੈ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਹੋ ਰਵਿਦਾਸ ਖਲਾਸ ਚਮਾਰਾ। ਆਪਣੀ ਜਾਤੀ ਨੂੰ ਕਿਤੇ ਲੁਕਾਇਆ ਨਹੀਂ ਭਗਤਾਂ ਨੇ, ਉਹਨਾਂ ਨੇ ਡੰਕੇ ਦੀ ਚੋਟ ਨਾਲ ਵਿਚਾਰਾਂ ਜਿਹੜੀਆਂ ਸਾਹਮਣੇ ਰੱਖੀਆਂ। ਔਰ ਤੁਸੀਂ ਉਸ ਹਾਲਤ ਵਿੱਚ ਜਦੋਂ ਬੰਦਗੀ ਕਰਨ ਦਾ, ਸਿਮਰਨ ਕਰਨ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ, ਪਰ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਰਾਹੀਂ ਉਸ ਵੇਲੇ ਦੇ ਉਹਨਾਂ ਲੋਕਾਂ ਨੂੰ ਟਿਚਰਾ ਕਰਦੇ ਹਨ। ਇਸ ਸ਼ਬਦ ਦੇ ਵਿੱਚ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕੋਰੀ ਕੋ ਕਾਹੂ ਮਰਮ ਨਾ ਜਾਣਾ। ਕੋਰੀ ਦਾ ਅਰਥ ਹੁੰਦਾ ਹੈ ਜੁਲਾਹਾ। ਕੋਰੀ ਕੋ ਦਾ ਅਰਥ ਹੈ ਦਾ, ਕਾਹੂ ਦਾ ਅਰਥ ਹੈ ਕਿਸੇ ਨੇ, ਮਰਮ ਦਾ ਅਰਥ ਹੈ ਭੇਦ ਨਾ ਜਾਣਾ, ਕਿਸੇ ਨੇ ਭੇਦ ਨਹੀਂ ਜਾਣਿਆ। ਕਹਿੰਦੇ ਸਭ ਜਗ ਆਨ ਤਨਾਇਓ ਤਾਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਸ ਕੋਰੀ ਨੇ, ਉਸ ਜੁਲਾਹੇ ਨੇ ਇਸ ਸੰਸਾਰ ਦਾ ਸਾਰਾ ਜਿਹੜਾ ਤਾਨਾ ਪੇਟਾ ਹੈ, ਪਾਓ ਕਿ ਜਗਤ ਨੂੰ ਪੈਦਾ ਕਰਕੇ ਸਾਰੇ ਜਗਤ ਦਾ ਇਹ ਤਾਣਾ ਤਾਣ ਦਿੱਤਾ ਹੈ। ਜੋ ਜਗਤ ਦਾ ਤਾਣਾ ਤਣਿਆ ਤੁਹਾਨੂੰ ਨਜ਼ਰ ਆਉਂਦਾ ਨਾ, ਕਿ ਦੇਖੋ ਪਰਮਾਤਮਾ ਨੇ ਬਿਨ ਥੰਬਾ ਗਗਨ ਰਾਹੇ ਲੇ, ਕੋਈ ਥੰਮ ਨਹੀਂ ਲੱਗਿਆ ਗਗਨ ਨੂੰ, ਆਕਾਸ਼ ਨੂੰ ਬਿਨਾਂ ਪਿੱਲਰਾਂ ਤੋਂ ਖੜਾ ਕੀਤਾ ਹੋਇਆ। ਇਹ ਰੱਬ ਨੇ ਤਾਨਾ ਤਣਿਆ ਹੋਇਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕੋਈ ਪਿੱਲਰ ਹੈ? ਬਿਲਡਿੰਗ ਖੜੀ ਕੀਤੀ, ਕਿਤਨੇ ਪਿੱਲਰ ਖੜੇ ਕਰ ਦਿੱਤੇ, ਪਰ ਐਡਾ ਵੱਡਾ ਆਕਾਸ਼ ਹੈ ਬਿਨਾਂ ਪਿੱਲਰਾਂ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਖੜਾ ਕੀਤਾ ਹੋਇਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਤੁਸੀਂ ਸਾਰੇ ਮੈਨੂੰ ਜੁਲਾ ਜੁਲਾ ਆ ਕੇ ਛੁਟਾਉਣ ਦਾ ਯਤਨ ਕਰਦੇ ਹੋ, ਤੁਸੀਂ ਨੀਵਾਂ ਦਿਖਾਉਣ ਦਾ ਯਤਨ ਕਰਦੇ ਹੋ, ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਵੀ ਜੁਲਾਇਆ ਹੈ। ਤੁਹਾਨੂੰ ਇਹ ਗਿਆਨ ਨਹੀਂ ਕਿ ਰੱਬ ਵੀ ਤਾਂ ਜੁਲਾਇਆ ਹੈ। ਜੋ ਕੰਮ ਮੈਂ ਕਰ ਰਿਹਾ ਹਾਂ ਉਹੀ ਪਰਮਾਤਮਾ ਕਰਦਾ ਹੈ। ਅਸੀਂ ਕਿਉਂ ਕਹਿੰਦੇ ਹਾਂ ਪਰਮਾਤਮਾ ਨੂੰ ਕਰਤਾ ਪੁਰਖ? ਕਿਉਂਕਿ ਸਾਰੀ ਸ੍ਰਿਸ਼ਟੀ ਦੀ ਜਿਹੜੀ ਹੈ ਉਹ ਕਿਰਿਆ ਕਰ ਰਿਹਾ ਹੈ, ਸਭ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਔਰ ਕਰਤਾ ਪੁਰਖ ਜਿਹੜਾ ਉਸ ਕਿਰਤ ਦੇ ਵਿੱਚ ਆਪ ਮੌਜੂਦ ਬੈਠਾ ਹੈ। ਜਿਵੇਂ ਅਸੀਂ ਵੇਖਦੇ ਹਾਂ ਜਿਤਨੀਆਂ ਵੀ ਕਲਾਵਾਂ ਹੁੰਦੀਆਂ ਨੇ, ਹਰ ਇੱਕ ਕਲਾ ਦੇ ਵਿੱਚ ਕਲਾਕਾਰ ਦੀ ਮੌਜੂਦਗੀ ਹੁੰਦੀ ਹੈ। ਭਾਵੇਂ ਉਹ ਸਾਹਮਣੇ ਨਜ਼ਰ ਨਹੀਂ ਆਉਂਦਾ, ਪਰ ਉਸ ਦੀ ਕਲਾ ਜਿਹੜੀ ਹੈ ਉਹ ਹਾਮੀ ਭਰ ਰਹੀ ਹੈ ਵੀ ਇਹ ਕਿਸੇ ਮਹਾਨ ਕਲਾਕਾਰ ਦੀ ਕਲਾਕਾਰੀ ਹੈ। ਇਸ ਕਰਕੇ ਜਿਤਨੇ ਵੀ ਤੁਸੀਂ ਤਸਵੀਰਾਂ ਦੇਖਦੇ ਹੋ, ਉਹ ਕਲਾਕਾਰ ਆਪਣਾ ਨਾਮ ਇੱਕ ਪਾਸੇ ਲਿਖ ਦਿੰਦਾ ਵੀ ਇਹ ਜਿਹੜੀ ਕਲਾਕ੍ਰਿਤੀ ਹੈ, ਇਹ ਜਿਹੜਾ ਚਿੱਤਰ ਹੈ, ਇਹ ਕਿਸ ਦਾ ਬਣਾਇਆ ਹੋਇਆ। ਕਿਉਂਕਿ ਉਸ ਦੀ ਕਲਾ ਜਿਹੜੀ ਹੈ ਉਸ ਕਲਾ ਦੇ ਰੂਪ ਦੇ ਵਿੱਚ ਉਹ ਵਸ ਰਿਹਾ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਤੁਸੀਂ ਸਾਰੇ ਮੈਨੂੰ ਜੁਲਾਹਾ ਜੁਲਾਹਾ ਆ ਕੇ ਨੀਵਾਂ ਦਿਖਾਉਣ ਦਾ ਯਤਨ ਕਰਦੇ ਹੋ, ਮੈਨੂੰ ਛੁਟਵਾਉਣ ਦਾ ਯਤਨ ਕਰਦੇ ਹੋ, ਵੱਖਰਾ ਕਰਨ ਦਾ ਯਤਨ ਕਰਦੇ ਹੋ।
ਤੁਸੀਂ ਮੇਰੀ ਮਖੌਲ ਉਡਾਉਂਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਜੁਲਾਇਆ ਹੈ? ਕੀ ਤੁਸੀਂ ਕਿਸੇ ਨੇ ਉਸ ਜੁਲਾਹੇ ਪਰਮਾਤਮਾ ਦੇ ਭੇਦ ਨੂੰ, ਉਹਦੇ ਮਰਮ ਨੂੰ ਜਾਣਿਆ ਹੈ? ਜਿਸ ਜੁਲਾਹੇ ਪਰਮਾਤਮਾ ਨੇ ਸਾਰਾ ਜਗਤ ਪੈਦਾ ਕਰਕੇ ਇਹ ਸਾਰੇ ਸੰਸਾਰ ਦਾ ਮਨ ਨੂੰ ਤਾਨਾ ਤਨ ਦਿੱਤਾ ਹੈ। ਔਰ ਤੁਸੀਂ ਵੇਖੋ ਕਿ ਕਿਤਨੀ ਥਾਵਾਂ 'ਤੇ ਭਗਤ ਜੀ ਨੇ ਜ਼ਿਕਰ ਕੀਤਾ ਹੈ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ, ਸੰਤ ਸੰਗਤ ਰਾਮ ਹਿਰਦੈ ਵਸਾਈ, ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾਪਤ ਕਵਲਾ ਨਹੀਂ ਜਾਣਾ। ਕੀ ਉਹਨੂੰ ਜਾਣਿਆ? ਤੁਸੀਂ ਮੈਨੂੰ ਜੁਲਾਹਾ ਕਰਕੇ ਨੀਵਾਂ ਵਿਖਾਉਣ ਦਾ ਯਤਨ ਕਰਦੇ ਹੋ ਕਿ ਕਦੀ ਰੱਬ ਦੇ ਭੇਦ ਨੂੰ ਜਾਣਿਆ ਤੁਸੀਂ? ਜੇ ਮੈਂ ਜੁਲਾਇਆ ਹਾਂ ਤੇ ਰੱਬ ਦਾ ਵੀ ਕੰਮ ਇਹੀ ਹੈ। ਜਿਵੇਂ ਮੈਂ ਤਾਨਾ ਤਨ ਰਿਹਾ ਹਾਂ, ਇਸ ਤਰ੍ਹਾਂ ਰੱਬ ਵੀ ਇਹ ਸੰਸਾਰ ਦੇ ਤਾਨੇ ਪੇਟੇ ਵਿੱਚ ਸਬਾਏਮਾਨ ਹੈ। ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰ ਰਿਹਾ। ਫਿਰ ਅੱਗੇ ਵਿਚਾਰ ਬਖਦੇ ਨੇ, ਕਹਿਣ ਲੱਗੇ, ਜਬ ਤੁਮ ਸੁਨ ਲੈ ਵੇਦ ਪੁਰਾਨਾ, ਤਬ ਹਮ ਇਤਨਗ ਪਸਰਿਓ ਤਾਨਾ। ਆਖਣ ਲੱਗੇ, ਹੇ ਪੰਡਤ ਜੀ, ਜਿੰਨਾ ਚਿਰ ਤੁਸੀਂ ਵੇਦ ਪੁਰਾਣ ਸੁਣਦੇ ਹੋ, ਜਬ ਲਗ ਤੁਮ ਸੁਨ ਲੈ ਵੇਦ ਪੁਰਾਣਾ, ਜਦੋਂ ਤੱਕ ਪਾਓ ਕਿ ਜਿੰਨਾ ਚਿਰ ਤੁਸੀਂ ਵੇਦ ਪੁਰਾਣ ਸੁਣਦੇ ਹੋ, ਕਹਿੰਦੇ ਨੇ ਤਬ ਹਮ ਇਤਨਗ ਪਸਰਿਓ ਤਾਨਾ, ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਨਾ ਤਨ ਲੈਂਦਾ ਹਾਂ, ਕਿਉਂਕਿ ਮੈਂ ਕੱਪੜਾ ਤਿਆਰ ਕਰਨਾ, ਮੇਰਾ ਕੰਮ ਇਹ ਹੈ। ਪਾਓ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਬੀਰ ਸਾਹਿਬ ਜੀ ਕਿ ਤੁਸੀਂ ਵੇਦ ਪੁਰਾਣਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸੀਂ ਵੀ ਇਸ ਵਿਦਿਆ ਨੂੰ ਇਸੇ ਤਰ੍ਹਾਂ ਹੀ ਰੋਜੀ ਲਈ ਵਰਤਦੇ ਹੋ ਜਿਵੇਂ ਮੈਂ ਇਹ ਤਾਨਾ ਤੰਨਾ ਰੋਜੀ ਵਾਸਤੇ ਵਰਤਦਾ। ਤੁਹਾਡੀ ਇਹ ਵਿਦਿਆ ਪੜ੍ਹੀ, ਤੁਹਾਡੀ ਇਹ ਵਿਦਿਆ ਸੁਣੀ ਅਤੇ ਮੇਰਾ ਤਾਨਾ ਤੰਨਿਆ ਇੱਕ ਬਰਾਬਰ ਨੇ, ਕਿਉਂਕਿ ਤੁਸੀਂ ਵੀ ਰੋਜੀ ਵਾਸਤੇ ਵਿਦਿਆ ਵਰਤ ਰਹੇ ਹੋ ਅਤੇ ਮੈਂ ਜਿਹੜਾ ਤਾਨਾ ਤੰਨਿਆ ਉਹ ਵੀ ਰੋਜੀ ਵਾਸਤੇ ਹੈ। ਤੁਸੀਂ ਮਹਾਨ ਕਿਵੇਂ ਹੋ ਗਏ? ਤੁਸੀਂ ਸ੍ਰੇਸ਼ਟ ਕਿਵੇਂ ਹੋ ਗਏ? ਪਾਓ ਕਿ ਜਿਵੇਂ ਮੈਂ ਤਾਨਾ ਤਨ ਦੇ ਕੰਮ ਨੂੰ ਵਰਤਦਾ ਹਾਂ ਅਤੇ ਇਸ ਤਰ੍ਹਾਂ ਤੁਸੀਂ ਇਸ ਵੇਦ ਪੁਰਾਣ ਦੇ ਪਾਠਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵਰਤਦੇ ਹੋ। ਤੁਸੀਂ ਲੋਕਾਂ ਨੂੰ ਭਰਮਾਂ ਵਿੱਚ ਪਾਉਂਦੇ ਹੋ, ਭੁਲੇਖਿਆਂ ਦੇ ਵਿੱਚ ਪਾਉਂਦੇ ਹੋ। ਤੁਸੀਂ ਲੋਕਾਂ ਦੇ ਉੱਤੇ ਤਸੱਦਦ ਕਰਦੇ ਹੋ ਆਪਣੇ ਵਿਚਾਰ ਦੇ ਰਾਹੀਂ। ਜਦੋਂ ਤੁਸੀਂ ਆਪਣੇ ਵਿਚਾਰ ਲੋਕਾਂ ਦੇ ਉੱਤੇ ਥੋਪ ਦਿੰਦੇ ਹੋ। ਦੇਖੋ, ਅੱਜ ਸਮਾਜ ਦੇ ਵਿੱਚ ਜਿਤਨੇ ਵੀ ਅਸੀਂ ਕਰਮ ਕਾਂਡ ਦੇਖਦੇ ਹਾਂ, ਇਹ ਚਲਾਕ ਧਾਰਮਿਕ ਬੰਦੇ ਦੀ ਦੇਣ ਹੈ। ਭਾਵੇਂ ਅੱਜ ਸਿੱਖੀ ਵਿੱਚ ਵੀ ਆ ਚੁੱਕੇ ਨੇ, ਸਾਡੇ ਵਿੱਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ, ਮਾਫ਼ ਕਰਨਾ ਮੈਨੂੰ। ਚਲਾਕ ਧਾਰਮਿਕ ਮਨੁੱਖ ਜਿਹੜਾ ਹੈ ਨਾ, ਉਹ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਲੋਕਾਂ ਦਾ ਵੀ ਮਨ ਇੱਦਾਂ ਦਾ ਹੈ ਕਿ ਜਿਹੜੇ ਲੋਕ ਗੁੰਮਰਾਹ ਕਰਦੇ ਨੇ ਇਹ ਉਹਨਾਂ ਨੂੰ ਚੰਗੇ ਸਮਝਦੇ ਹਨ। ਕਿਉਂਕਿ ਮਨੁੱਖੀ ਮਨ ਦੀ ਇੱਕ ਬਿਰਤੀ ਹੈ ਕਿ ਇਹ ਉੱਪਰ ਦੀ ਵਾਹ ਵਾਹੀ ਦੇ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਬਸ ਕੋਈ ਗੁੰਮਰਾਹ ਕਰੇ, ਇਹ ਮਨ ਉਸ ਵੇਲੇ ਉਸ ਗੁੰਮਰਾਹਕੁਨ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦਾ। ਕੋਈ ਸਹੀ ਰਸਤਾ ਦੱਸੇ ਅਤੇ ਛੇਤੀ ਕਰਕੇ ਸਾਡਾ ਮਨ ਯਕੀਨ ਨਹੀਂ ਕਰਦਾ, ਭਰੋਸਾ ਨਹੀਂ ਹੁੰਦਾ। ਗੁੰਮਰਾਹਕੁਨ ਲੋਕਾਂ ਦੇ ਉੱਤੇ ਭਰੋਸਾ ਕਰ ਲੈਂਦਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜਿਵੇਂ ਮੈਂ ਤਾਨਾ ਤਨ ਦੇ ਕੰਮ ਨੂੰ ਵਰਤਦਾ ਰੋਜੀ ਵਾਸਤੇ, ਇਸ ਤਰ੍ਹਾਂ ਤੁਸੀਂ ਇਹ ਵੇਦ ਪਾਠਾਂ ਨੂੰ ਵਰਤ ਰਹੇ ਹੋ ਰੋਜੀ ਵਾਸਤੇ, ਜਿਹਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਰਠ ਰਾਗ ਦੀ ਅਸ਼ਟਪਦੀ ਵਿੱਚ ਕਿਹਾ। ਕਹਿੰਦੇ ਨੇ ਤੁਸੀਂ ਜੋ ਕੁਛ ਕਰ ਰਹੇ ਹੋ ਨਾ, ਵੇਦ ਸਾਸਤ ਵਕੋ ਖੜੋ ਭਾਈ, ਕਰਮ ਕਰੋ ਸੰਸਾਰੀ। ਵੇਦ ਸਾਸਤ ਤੁਸੀਂ ਵਗਦੇ ਹੋ ਖੜ ਕੇ, ਪਰ ਕਰਮ ਸੰਸਾਰੀ ਕਰਦੇ ਹੋ। ਉਹ ਕੇਵਲ ਇਹਨਾਂ ਧਾਰਮਿਕ ਗ੍ਰੰਥਾਂ ਦੇ ਪਾਠ ਪੂਜਾ ਨੂੰ ਕੇਵਲ ਰੋਜੀ ਵਾਸਤੇ ਵਰਤਦੇ ਹੋ, ਇਸ ਨੂੰ ਆਪਣੇ ਜੀਵਨ 'ਚ ਧਾਰਨ ਨਹੀਂ ਕਰਦੇ। ਸੱਚੀ ਜਾਣਨਾ,
ਜੇ ਸਾਰੇ ਧਾਰਮਿਕ ਪੁਰਖ ਇਮਾਨਦਾਰੀ ਨਾਲ ਆਪੋ ਆਪਣੇ ਧਰਮ ਦਾ ਸਹੀ ਪ੍ਰਚਾਰ ਕਰਨ ਤੇ ਸਮਾਜ ਦੀ ਮਨੋਦਸ਼ਾ ਚੰਗੀ ਹੋ ਸਕਦੀ ਹੈ। ਪਰ ਉਹਨਾਂ ਧਾਰਮਿਕ ਲੋਕਾਂ ਦੇ ਚੁੱਲ੍ਹੇ ਨਹੀਂ ਚੱਲਦੇ। ਫਿਰ ਉਹ ਬਹੁਤਾ ਧਨ ਇਕੱਠਾ ਨਹੀਂ ਕਰ ਸਕਦੇ, ਵੱਡੇ ਡੇਰੇ ਨਹੀਂ ਬਣਾ ਸਕਦੇ, ਵੱਡੇ ਮੰਦਰ ਨਹੀਂ ਬਣਾ ਸਕਦੇ, ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਕਿਉਂਕਿ ਜਦੋਂ ਧਰਮ ਦੀ ਸਹੀ ਵਿਆਖਿਆ ਮਨੁੱਖ ਸਮਝ ਲੈਂਦਾ ਹੈ ਤਾਂ ਫਿਰ ਸੱਚ ਜਾਣਨਾ ਉਹ ਆਪ ਵੀ ਗੁੰਮਰਾਹ ਨਹੀਂ ਹੁੰਦਾ, ਉਹ ਦੂਜੇ ਨੂੰ ਵੀ ਗੁੰਮਰਾਹ ਨਹੀਂ ਕਰਦਾ। ਇਸ ਕਰਕੇ ਭਗਤ ਜੀ ਨੇ ਆਖਿਆ, ਕਹਿੰਦੇ ਨੇ ਦੋਹਾਂ ਵਿੱਚ ਕੋਈ ਸਾਡੇ ਫਰਕ ਨਾ ਪਿਆ। ਫਿਰ ਤੁਹਾਡਾ ਵਿਦਵਾਨ ਹੋਣ ਦਾ, ਬ੍ਰਾਹਮਣ ਹੋਣ ਦਾ ਜਿਹੜਾ ਮਾਣ ਹੈ, ਭਗਤ ਕਬੀਰ ਸਾਹਿਬ ਕਹਿੰਦੇ ਕੂੜਾ ਹੈ, ਕਿਉਂਕਿ ਇਤਨਾ ਗਿਆਨ ਲੈ ਕੇ ਵੀ ਪਰ ਤੁਸੀਂ ਇਸ ਗਿਆਨ ਨੂੰ ਰੋਜੀ ਵਾਸਤੇ ਵਰਤ ਰਹੇ ਹੋ। ਕਬੀਰ ਸਾਹਿਬ ਨੇ ਆਖਿਆ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਗਲ ਸਿਉ, ਰਾਮ ਨਾ ਜਪੋ ਅਭਾਗੇ। ਰਾਮ ਨਾਮ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਕਹਿੰਦੇ ਤੁਸੀਂ ਰਾਮ ਦੇ ਨਾਮ ਨੂੰ ਜਪਦੇ ਹੋ, ਉਸ ਦਾ ਲਾਭ ਕੀ ਹੈ? ਇਹ ਤਾਂ ਇਸ ਤਰ੍ਹਾਂ ਹੀ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦਦੇ ਹੋ ਅਤੇ ਉਸ ਨੂੰ ਕੋਈ ਪਤਾ ਨਹੀਂ ਵੀ ਇਹ ਚੰਦਨ ਹੈ, ਤੁਹਾਨੂੰ ਵੀ ਕੋਈ ਇਸ ਦਾ ਗਿਆਨ ਨਹੀਂ। ਰਾਮ ਨਾਮ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਿਸ ਭਾਰਾ। ਕੋਈ ਲਾਭ ਨਹੀਂ ਤੁਹਾਨੂੰ ਵੀ ਇਸ ਚੀਜ਼ ਦਾ। ਭਗਤ ਕਬੀਰ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਸਮਾਂ ਸਮਾਂ ਸਿਰ ਬ੍ਰਾਹਮਣਾਂ ਦੇ ਨਾਲ ਵਿਚਾਰ ਚਰਚਾ ਕੀਤੀ, ਜਿਸ ਨੂੰ ਬੰਦਗੀ ਕਰਨ ਦਾ ਅਧਿਕਾਰ ਨਹੀਂ, ਜਿਸ ਨੂੰ ਲੋਕ ਸੂਦਰ ਕਰਕੇ ਦੁਰਕਾਰਦੇ ਨੇ। ਜਿਹੜਾ ਕਿ ਪੰਡੂਰ ਦੇ ਇਲਾਕੇ ਵਿੱਚ ਹੀ ਰਹਿ ਸਕਦਾ, ਉਹਨਾਂ ਗਲੀਆਂ 'ਚੋਂ ਬਾਹਰ ਨਹੀਂ ਆ ਸਕਦਾ ਆਪਣੀ ਮਰਜ਼ੀ ਨਾਲ। ਜੇ ਆਉਂਦਾ ਤਾਂ ਗਲੇ ਵਿੱਚ ਟੱਲ ਬੰਨ੍ਹ ਕੇ ਆਉਂਦਾ ਹੈ। ਇੰਨਾ ਉਹਨੂੰ ਦੁਰਕਾਰਿਆ ਗਿਆ। ਪਰ ਜਦੋਂ ਰੂਹਾਨੀ ਜੀਵਨ ਜੀਵਿਆ ਕਬੀਰ ਸਾਹਿਬ ਜੀ ਨੇ, ਜਦੋਂ ਜਾਤ ਕੁਲ ਤੋਂ ਉੱਤੇ ਉੱਠ ਕੇ ਭਗਤ ਕਬੀਰ ਸਾਹਿਬ ਜੀ ਨੇ ਰੂਹਾਨੀ ਵਿਚਾਰ ਨੂੰ ਰੱਖਿਆ। ਦੇਖੋ ਨਾ ਕਿਤਨੇ ਸ਼ਬਦ ਨੇ ਜਿੱਥੇ ਕਿ ਕਬੀਰ ਸਾਹਿਬ ਜੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ, ਕਹਿੰਦੇ ਤੁਮ ਕਦ ਦੂਧ ਹਮ ਕਦ ਲਹੂ, ਵੀ ਤੇਰੇ ਵਿੱਚ ਦੁੱਧ ਦੌੜਦਾ ਕਿ ਮੇਰੇ ਰੰਗਾਂ ਦੇ ਵਿੱਚ ਲਹੂ ਹੈ। ਦੱਸ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣੀ ਦੀ ਕੁੱਖ ਤੋਂ ਪੈਦਾ ਹੋਇਆ, ਤੇਰੇ ਆਉਣ ਦਾ ਰਸਤਾ ਵੀ ਉਹੀ ਹੈ, ਮੇਰੇ ਆਉਣ ਦਾ ਰਸਤਾ ਵੀ ਉਹੀ ਹੈ। ਤੇਰੀ ਰੰਗਾਂ ਦੇ ਵਿੱਚ ਵੀ ਖੂਨ ਦੌੜਦਾ, ਮੇਰੀ ਰੰਗਾਂ ਵਿੱਚ ਵੀ ਖੂਨ ਦੌੜਦਾ। ਦੱਸ ਤੇਰੀ ਜਾਤ ਵੱਖਰੀ ਕਿਵੇਂ ਅਤੇ ਮੇਰੀ ਜਾਤ ਵੱਖਰੀ ਕਿਵੇਂ ਹੋ ਗਈ? ਤੇਰੀ ਜਾਤ ਉੱਚੀ ਕਿਵੇਂ ਹੋ ਗਈ ਅਤੇ ਮੇਰੀ ਜਾਤ ਨੀਵੀਂ ਕਿਵੇਂ ਹੋ ਗਈ? ਮੈਂ ਕਹਿੰਦਾ ਐਡੀ ਕ੍ਰਾਂਤੀਕਾਰੀ ਵਿਚਾਰ ਭਗਤਾਂ ਨੇ ਰੱਖੀ, ਭਾਵੇਂ ਭਗਤ ਨਾਮਦੇਵ ਜੀ ਨੇ। ਦੇਖੋ ਨਾ, ਉਹ ਕਹਿੰਦੇ ਨੇ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰਾਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਹੁਣ ਇੱਕ ਐਸੀ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਿੱਚ ਰੱਖੀ, ਔਰ ਇਹ ਵਿਚਾਰ ਬੜੀ ਚੁਭਣ ਵਾਲੀ ਹੈ। ਮਾਫ਼ ਕਰਨਾ, ਧਾਰਮਿਕ ਲੋਕਾਂ ਨੂੰ ਇਹ ਸੱਚਾਈ ਪਚਦੀ ਨਹੀਂ ਹੈ। ਕਿਉਂਕਿ ਗੁਰਮਤ ਨੇ ਪਿੱਛੇ ਹੀ ਭਗਤ ਕਬੀਰ ਸਾਹਿਬ ਦਾ ਸ਼ਬਦ ਅਸੀਂ ਵਿਚਾਰਿਆ ਸੀ, ਗਿਆਨੀ ਧਿਆਨੀ ਬਹੁ ਉਪਦੇਸੀ, ਏ ਵਿਦ ਸਗਲੋ ਧੰਦਾ। ਇਹ ਗੱਲਾਂ ਸੁਣਾਉਣੀਆਂ ਵੀ ਔਖੀਆਂ ਨੇ, ਸੁਣਨੀਆਂ ਵੀ ਔਖੀਆਂ। ਜਦੋਂ ਗੱਲ ਧੰਦੇ ਦੀ ਆਉਂਦੀ ਹੈ ਨਾ, ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਸੋਰਠ ਰਾਗ ਦਾ ਮਹਾਰਾਜ ਦਾ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ, ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਕਬੀਰ ਸਾਹਿਬ ਇੱਥੇ ਇਹ ਕਹਿਣਾ ਚਾਹੁੰਦੇ ਨੇ ਵੀ ਤੇਰੇ ਕੋਲ ਵੇਦ ਪਾਠਾਂ ਦਾ ਗਿਆਨ ਹੈ, ਤੂੰ ਵੇਦ ਪਾਠ ਸੁਣਦਾ ਅਤੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸੁਰਤ ਜੋੜਦਾ, ਇਸ ਮਾਇਆ ਤੋਂ ਨਿਰਲੇਪ ਹੁੰਦਾ। ਪਰ ਤੂੰ ਤਾਂ ਸਾਰਾ ਕੁਝ ਮਾਇਆ ਵਾਸਤੇ ਹੀ ਕਰ ਰਿਹਾ। ਮਾਇਆ ਦੀ ਨਿਰਲੇਪਤਾ ਨਹੀਂ ਤੇਰੇ ਜੀਵਨ ਦੇ ਅੰਦਰ। ਅਤੇ ਮੇਰੇ ਕੰਮ ਨੂੰ ਤੂੰ ਦੁਰਕਾਰਦਾ ਹੈ ਵੀ ਤੂੰ ਤਾਨਾ ਤਨ ਹੈ, ਤੂੰ ਛੋਟੀ ਜਾਤ ਦਾ ਹੈ, ਤੇਰਾ ਕੰਮ ਸਾਡੇ ਵਾਸਤੇ ਕੱਪੜੇ ਤਿਆਰ ਕਰਕੇ ਦੇਣਾ। ਮੇਰੇ ਕੰਮ ਨੂੰ ਤੂੰ ਦੁਰਕਾਰਦਾ, ਆਪਣੇ ਕੰਮ ਨੂੰ ਵਡਿਆਉਂਦਾ। ਕਦੀ ਸੋਚ ਕੇ ਵੇਖ, ਕਦੀ ਵਿਚਾਰ ਕਰਕੇ ਵੇਖ। ਦੇਖੋ ਕਿੰਨਾ ਝੰਜੋੜ ਰਹੇ ਨੇ ਕਬੀਰ ਸਾਹਿਬ ਸ਼ਬਦ ਦੇ ਰਾਹੀਂ। ਕਦੀ ਵਿਚਾਰ ਕਰਕੇ ਵੇਖ ਵੀ ਜਿਹੜੇ ਤੂੰ ਵੇਦਾਂ ਦਾ ਪਾਠ
ਕਰ ਰਿਹਾ ਹਾਂ, ਵੇਦਾਂ ਦਾ ਪਾਠ ਸੁਣ ਰਿਹਾ, ਅਤੇ ਮੈਂ ਉਨਾ ਚਿਰ ਤਾਨਾ ਤਨ ਰਿਹਾ। ਜਿਤਨਾ ਸਮਾਂ ਤੂੰ ਵੇਦਾਂ ਦੇ ਪਾਠ ਸੁਣਨ ਵਾਸਤੇ ਰਿਹਾ, ਉਤਨਾ ਸਮਾਂ ਮੈਂ ਤਾਨਾ ਤਨ ਵਾਸਤੇ ਦੇ ਰਿਹਾ। ਮੈਂ ਚੰਗਾ ਕਿ ਤੂੰ ਚੰਗਾ? ਤੂੰ ਲੋਕਾਂ ਦਾ ਕੱਪੜਾ ਲਾ ਰਿਹਾ, ਮੈਂ ਲੋਕਾਂ ਦੀ ਢੱਕ ਰਿਹਾ, ਲੋਕਾਂ ਦੇ ਕੱਪੜਾ ਪਾ ਕੇ ਮੈਂ ਲੋਕਾਂ ਦਾ ਨੰਗੇ ਢੱਕ ਰਿਹਾ ਨਾ, ਲੋਕਾਂ ਦੇ ਪਰਦੇ ਪਾ ਰਿਹਾ, ਪਰ ਲੋਕਾਂ ਦਾ ਤੂੰ ਨਗੇਜ ਨੰਗਾ ਕਰ ਰਿਹਾ, ਉਹਨਾਂ ਦੇ ਪਰਦੇ ਲਾ ਰਿਹਾ, ਉਹਨਾਂ ਦੀ ਗਰੀਬੀ ਦੀ ਮਖੌਲ ਕਰਦਾ। ਪਰਦੇ ਲਾਣੇ ਕੇਵਲ ਇਹ ਨਹੀਂ ਹੁੰਦੇ, ਕਿਸੇ ਦੀ ਗਰੀਬੀ ਦੀ ਮਖੌਲ ਕਰਨੀ ਇਹ ਵੀ ਕਿਸੇ ਦੇ ਤਨ 'ਤੇ ਢਕਿਆ ਹੋਇਆ ਪਰਦਾ ਹੀ ਲਾਉਣ ਦੀ ਗੱਲ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਫਿਰ ਤੇਰਾ ਵਿਦਵਾਨ ਹੋਣ ਦਾ, ਬ੍ਰਾਹਮਣ ਹੋਣ ਦਾ ਮਾਣ ਮੈਂ ਸਮਝਦਾ ਕੂੜਾ ਹੈ, ਕਿਉਂਕਿ ਇਸ ਬ੍ਰਹਮਪੁਣੇ ਨੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਹੀਂ ਵਰਤ ਰਿਹਾ। ਇੱਕ ਸਲੋਕ ਹੈ ਗੁਰੂ ਅਮਰਦਾਸ ਮਹਾਰਾਜ ਦਾ, ਸਤਿਗੁਰੂ ਕਹਿੰਦੇ ਨੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬ੍ਰਾਹਮਣ ਪੁਣਾ ਇਸ ਦੇ ਵਿੱਚ ਹੈ ਕਿ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ, ਪਹਿਚਾਣਦਾ ਹੈ, ਪਰਚੋਲਦਾ ਹੈ। ਬ੍ਰਹਮ ਬਿੰਦੈ ਤੇ ਦਾ ਬ੍ਰਹਮਤ ਰਹਿ, ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਬ੍ਰਹਮ ਨੂੰ ਬਿੰਦਦਾ ਹੈ, ਪਹਿਚਾਣਦਾ ਹੈ, ਪਰਚੋਲਦਾ ਹੈ। ਜਿਹੜਾ ਇੱਕ ਸ਼ਬਦ ਵਿੱਚ ਬਿਰਤੀ ਜੋੜ ਕੇ, ਲਿਵ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦਾ ਹੈ, ਫਿਰ ਉਸਦਾ ਬ੍ਰਾਹਮਣ ਪੁਰਾ, ਬ੍ਰਹਮ ਦੀ ਅਵਸਥਾ ਵਾਲੀ ਜਿਹੜੀ ਇੱਕ ਅਵਸਥਾ ਹੈ ਉਹ ਬਣੀ ਰਹਿੰਦੀ। ਨਹੀਂ ਤੇ ਉਹ ਕੋਈ ਅਵਸਥਾ ਨਹੀਂ ਜੇ ਇਹ ਗੱਲ ਤੂੰ ਨਹੀਂ ਵਿਚਾਰ ਰਿਹਾ। ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਗਿਆ, 9 ਨਦੀਆਂ 18 ਸਦੀਆਂ, ਸੰਸਾਰ ਦੇ ਇਹ ਪਦਾਰਥ ਉਹਦੇ ਪਿੱਛੇ ਲੱਗੇ ਫਿਰਦੇ ਹਨ। ਹੁਣ ਕਬੀਰ ਸਾਹਿਬ ਨੇ ਇੱਥੇ ਇਸ ਅਵਸਥਾ ਦੇ ਵਿੱਚ ਜਗਾਉਣ ਦਾ ਕੰਮ ਕੀਤਾ। ਕਹਿੰਦੇ ਆਪਾਂ ਦੋਨੋਂ ਇੱਕ ਹੀ ਥਾਂ 'ਤੇ ਖਲੋਤੇ ਹੋਏ ਹਾਂ। ਤੂੰ ਵੀ ਰੋਜੀ ਵਾਸਤੇ ਧਰਮ ਕਰਮ ਕਰ ਰਿਹਾ, ਮੈਂ ਜਿਹੜਾ ਤਾਨਾ ਤਨ ਉਹ ਵੀ ਰੋਜੀ ਵਾਸਤੇ ਕਰ ਰਿਹਾ। ਤੂੰ ਵੀ ਰੋਜੀ ਕਮਾ ਰਿਹਾ, ਮੈਂ ਵੀ ਰੋਜੀ ਕਮਾ ਰਿਹਾ। ਤੇਰਾ ਵੀ ਢਿੱਡ ਦਾ ਸਵਾਲ ਹੈ, ਮੇਰਾ ਵੀ ਢਿੱਡ ਦਾ ਸਵਾਲ ਹੈ। ਦੇਖੋ ਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਕਲਯੁਗੀ ਪਾਂਡੇ ਕੋਲ ਜਾਂਦੇ ਨੇ, ਇੱਕ ਸ਼ਬਦ ਵਰਤਦੇ ਨੇ, ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਕਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸ੍ਰਿਸ਼ਟੀ ਇੱਕ ਵਰਨ ਹੋ ਗਈ ਸਾਰੀ। ਉੱਥੇ ਕੀ ਕਹਿ ਰਹੇ ਸਨ ਮਹਾਰਾਜ? ਕਹਿੰਦੇ ਇੱਕ ਬ੍ਰਾਹਮਣ ਵੀ, ਉਹ ਵੀ ਵੈਸ ਬਣਿਆ ਹੋਇਆ ਪੇਟ ਵਾਸਤੇ, ਇੱਕ ਖੱਤਰੀ ਵੀ ਪੇਟ ਵਾਸਤੇ, ਇੱਕ ਵੈਸ ਵੀ ਪੇਟ ਵਾਸਤੇ, ਇੱਕ ਸ਼ੂਦਰ ਵੀ ਪੇਟ ਵਾਸਤੇ। ਤੂੰ ਤਾਂ ਆਪਣਾ ਧਰਮ ਛੱਡ, ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ, ਤੂੰ ਆਪਣਾ ਧਰਮ ਛੱਡ ਦਿੱਤਾ। ਸਾਰੇ ਤਾਂ ਵੈਸ ਬਣ ਗਏ, ਸਾਰੇ ਤਾਂ ਕਹਿੰਦੇ ਢਿੱਡ ਵਾਸਤੇ ਕਰ ਰਹੇ ਆ। ਆਪਣੇ ਧਰਮ ਤੋਂ ਡਿੱਗ ਕੇ ਕੇਵਲ ਵੈਸ ਬਿਰਤੀ ਲੈ ਕੇ ਜੀਵਨ ਜੀਣਾ, ਬਈ ਕਿਸੇ ਤਰੀਕੇ ਨਾਲ ਪੇਟ ਨੂੰ ਪਾਲ ਲਈਏ, ਬੱਚਿਆਂ ਦਾ ਗੁਜ਼ਾਰਾ ਕਰ ਲਈਏ। ਗੁਰਮਤਿ ਨੇ ਜਿੱਥੇ ਸਾਨੂੰ ਕਿਰਤ ਦਿੱਤੀ, ਉਹ ਗੁਜ਼ਾਰੇ ਵਾਸਤੇ ਦਿੱਤੀ ਹੈ। ਪਰ ਹਰ ਵੇਲੇ ਇਹ ਨਹੀਂ ਕਿ ਬੱਚੇ ਪਾਲ ਰਹੇ ਹਾਂ ਜੀ, ਬੱਚੇ ਪਾਲਦੇ ਨੇ ਜੀ, ਡਿਊਟੀ ਲੱਗੀ ਹੈ। ਉਹ ਸਾਰਿਆਂ ਦੀ ਡਿਊਟੀਆਂ ਲੱਗੀਆਂ। ਆਪਾਂ ਕਈ ਵਾਰੀ ਨਾ ਕਲਪਦੇ ਰਹਿੰਦੇ ਹਾਂ। ਗੁਰਬਾਣੀ ਕਹਿੰਦੀ ਕਲਪਨ ਦੀ ਲੋੜ ਨਹੀਂ ਹੈ, ਤੂੰ ਆਪਣੇ ਧਰਮ 'ਚ ਪੱਕਾ ਰਹਿ। ਕਿਉਂਕਿ ਜਿਸ ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਨਾ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਗੁਰੂ ਸਾਹਿਬ ਗਾਰੰਟੀ ਦਿੰਦੇ ਸਾਨੂੰ ਬਾਣੀ 'ਚ ਵੀ ਜਿਸ ਪਰਮਾਤਮਾ ਨੇ ਤੇਰਾ ਸਰੀਰ ਬਣਾਇਆ, ਜਿਸ ਪਰਮਾਤਮਾ ਨੇ ਇਸ ਦੇ ਵਿੱਚ ਜਿੰਦ ਪਾਈ, ਉਹਨੇ ਖਾਣ ਵਾਸਤੇ ਅਤੇ ਪਹਿਨਣ ਵਾਸਤੇ ਵੀ ਤੈਨੂੰ ਦੇਣਾ। ਤੂੰ ਆਪਣੇ ਫਰਜ਼ਾਂ ਵਿੱਚ ਪੱਕਾ ਰਹਿ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇੱਕ ਤਾਂ ਸਾਡਾ ਕੰਮ ਹੈ ਰੱਬ ਤੋਂ ਕੁਰਬਾਨ ਜਾਣਾ, ਇੱਕ ਕੰਮ ਹੈ ਸਾਡਾ ਦਾਸ ਬਣ ਜਾਣਾ, ਰੱਬ ਜੀ ਦਾ ਸੇਵਕ ਬਣ ਜਾਣਾ। ਇਹ ਦੋਨੋਂ ਕੰਮ ਹੀ ਨਹੀਂ ਹੁੰਦੇ। ਨਾ ਤਾਂ ਜਿਵੇਂ ਕੁਰਬਾਨ ਹੋਣਾ ਗੁਰਬਾਣੀ ਸਿਖਾਉਂਦੀ ਸਾਨੂੰ ਇਸ ਤਰ੍ਹਾਂ ਕੁਰਬਾਨ ਹੋ ਪਾਉਂਦੇ ਹਾਂ, ਨਾ ਜਿਸ ਤਰ੍ਹਾਂ ਦਾਸ ਬਣਨਾ ਗੁਰਬਾਣੀ ਸਿਖਾਉਂਦੀ ਉੱਦਾਂ ਦੇ ਦਾਸ ਵੀ ਨਹੀਂ ਬਣ ਪਾਉਂਦੇ। ਕਹੀ ਜਾਵਾਂਗੇ ਵੀ ਅਸੀਂ ਸਿੱਖ ਹਾਂ, ਗੁਰੂ ਸਾਹਿਬ ਦੇ ਦਾਸ ਹਾਂ, ਅਸੀਂ ਤਾਂ ਨਿਮਾਣੇ ਜੇ, ਬੜਾ ਕੁਛ ਬੋਲਦੇ ਅਸੀਂ। ਮੈਂ ਕਈ ਵਾਰ ਕਹਿੰਦਾ ਲਫ਼ਜ਼ ਹੀ ਬੋਲਣ ਦੀ ਲੋੜ ਨਹੀਂ, ਅਸੀਂ ਤਾਂ ਨੀਵੇਂ ਜੇ ਤੁਹਾਡੇ ਦਾਸ ਹਾਂ, ਤੁਹਾਡੇ ਸੇਵਕ ਹਾਂ। ਮੈਂ ਕਿ ਇਹ ਲਫ਼ਜ਼ ਬੋਲਣ ਦੀ ਲੋੜ ਨਹੀਂ ਹੈ। ਤੁਹਾਡੇ ਬੋਲ ਦੱਸ ਰਹੇ ਨੇ ਤੁਸੀਂ ਕੀ ਹੋ। ਤੁਹਾਡੇ ਬੋਲਾਂ ਦੀ ਬੂਹ ਦੱਸ ਰਹੀ ਹੈ ਕਿ ਤੁਸੀਂ ਇਹ ਵੀ ਹੰਕਾਰ 'ਚ ਹੀ ਬੋਲ ਰਹੇ ਹੋ। ਜਦੋਂ ਬੰਦਾ ਕਹਿੰਦਾ ਜੀ ਦੱਸੋ ਤੁਹਾਡੇ ਸੇਵਕ ਆ, ਉਹ ਇਸ ਬਿਰਤੀ ਨਾਲ ਸੇਵਕ ਕਹਿ ਰਿਹਾ ਆਪਣੇ ਆਪ ਨੂੰ, ਉਹਦੇ ਵਿੱਚ ਉਹਦਾ ਅਹੰਕਾਰ
ਨਜ਼ਰ ਆ ਰਿਹਾ ਵੀ ਇਹ ਹੰਕਾਰ 'ਚ ਕਹਿ ਰਿਹਾ ਮੈਂ ਸੇਵਕ ਹਾਂ, ਦਾਸ ਹਾਂ, ਮੈਂ ਤਾਂ ਨਿਮਾਣਾ ਜਿਹਾ ਜੀ। ਉਹਦੇ ਹੰਕਾਰ ਦੀ ਝਲਕ ਵਿੱਚੋਂ ਨਜ਼ਰ ਆ ਰਹੀ ਹੁੰਦੀ ਹੈ। ਜੇ ਬੰਦਾ ਦਾਸ ਹੀ ਬਣ ਜਾਏ ਤਾਂ ਉਹਨੂੰ ਕਹਿਣ ਦੀ ਵੀ ਫਿਰ ਲੋੜ ਨਹੀਂ ਪੈਣੀ ਵੀ ਅਸੀਂ ਦਾਸ ਹਾਂ ਤੇਰੇ। ਜਿਹੜਾ ਦਾਸ ਬਣ ਗਿਆ, ਜਿਹੜਾ ਸੇਵਕ ਬਣ ਗਿਆ, ਉਹਨੂੰ ਕਹਿਣ ਦੀ ਕੀ ਲੋੜ ਹੈ? ਲੋਕਾਂ ਨੂੰ ਜਤਾਉਣ ਦੀ ਕੀ ਲੋੜ ਹੈ ਵੀ ਅਸੀਂ ਤਾਂ ਦਾਸ ਹਾਂ? ਭਗਤ ਕਬੀਰ ਸਾਹਿਬ ਇਸ ਕਰਕੇ ਇੱਥੇ ਸਮਝਾਉਣ ਲੱਗੇ, ਕਹਿੰਦੇ ਦੇਖ ਆਪਾਂ ਕਿੱਥੇ ਖਲੋਤੇ ਹੋਏ ਹਾਂ ਅੱਜ। ਤੇਰਾ ਕਿਰਦਾਰ ਬ੍ਰਾਹਮਣ ਹੋਣ ਦਾ ਮਾਣ, ਵਿਦਵਾਨ ਹੋਣ ਦਾ ਮਾਣ, ਤੈਨੂੰ ਇਤਨਾ ਗਿਆਨ ਸੀ, ਪਰ ਤੂੰ ਵੀ ਉੱਥੇ ਹੀ ਖਲੋਤਾ ਜਿੱਥੇ ਮੈਂ ਖਲੋਤਾ ਹੋਇਆ। ਸਗੋਂ ਮੈਂ ਜਿਹੜੀ ਕਿਰਤ ਕਰ ਰਿਹਾ, ਦਸਾਂ ਨੋਹਾਂ ਦੀ ਕਿਰਤ ਕਰ ਰਿਹਾ, ਤੂੰ ਜਿਹੜੀ ਕਿਰਤ ਕਰ ਰਿਹਾ ਇਸ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਰੋਟੀ ਖਾ ਰਿਹਾ। ਕਿਉਂਕਿ ਲੋਕਾਂ ਨੂੰ ਕਰਮ ਕਾਂਡਾਂ ਵਿੱਚ, ਪਾਖੰਡਾਂ ਵਿੱਚ, ਭਰਮਾਂ ਵਿੱਚ, ਵਹਿਮਾਂ ਵਿੱਚ ਪਾ ਕੇ ਤੂੰ ਰੋਟੀ ਖਾਂਦਾ। ਤੂੰ ਤਾਂ ਮੇਰੇ ਨਾਲੋਂ ਵੀ ਗਿਆ ਕੁਝ ਨਾ, ਕਿਤੇ ਵਿਚਾਰ ਕਰਨਾ। ਮੈਂ ਫਿਰ ਮਿਹਨਤ ਕਰਕੇ ਖਾ ਰਿਹਾ, ਮੈਂ ਫਿਰ ਕਿਰਤ ਕਰ ਰਿਹਾ, ਉਦਮ ਕਰਕੇ ਰੋਟੀ ਖਾਂਦਾ, ਪਰ ਤੇਰਾ ਜੀਵਨ ਦੇਖ ਕਿੱਦਾਂ ਕਬੀਰ ਸਾਹਿਬ ਜੀ ਗੱਲਾਂ ਕਰ ਰਹੇ ਨੇ। ਫਿਰ ਕਹਿੰਦੇ ਭਗਤ ਕਬੀਰ ਸਾਹਿਬ, ਕਰ ਧਰਨ ਆਕਾਸ਼ ਕੀ ਕਰ ਗਹਿ ਬਨਾਈ, ਚੰਦ ਸੂਰਜ ਦੋਏ ਸਾਥ ਚਲਾਈ। ਕਰ ਗਹਿ ਦਾ ਅਰਥ ਹੁੰਦਾ ਕੰਘੀ। ਕੱਪੜਾ ਉੰਨਣ ਵੇਲੇ ਜੋ ਅਗਾਂਹ ਪਿਛਾਂ ਕਰਦੀ ਹੈ, ਉਸ ਨੂੰ ਜੁਲਾਹਾ ਵਾਰੀ ਵਾਰੀ ਹਰੇਕ ਹੱਥ ਵਿੱਚ ਰੱਖਦਾ ਹੈ। ਇਹ ਕੰਘੀ ਜਿਹੀ ਹੁੰਦੀ ਹੈ ਜਿਹਦੇ ਵਿੱਚ ਕੰਡੇ ਜਿਹੇ ਹੁੰਦੇ ਨੇ। ਜਦੋਂ ਉਹ ਕੋਈ ਕੱਪੜਾ ਤਿਆਰ ਕਰ ਰਿਹਾ ਹੁੰਦਾ ਹੈ ਤਾਂ ਜਿਹੜੇ ਉਹ ਉਸਦੇ ਵਿੱਚ ਤਾਨਾ ਪਾ ਰਿਹਾ ਹੁੰਦਾ ਹੈ, ਜਿਹੜਾ ਧਾਗਾ ਪਾ ਰਿਹਾ ਹੁੰਦਾ, ਉਸ ਧਾਗੇ ਨੂੰ ਨੇੜੇ ਨੇੜੇ ਕਰਨ ਵਾਸਤੇ ਰੱਖਦਾ। ਤੁਸੀਂ ਕਈ ਵਾਰੀ ਵੇਖਿਆ, ਕਈ ਵਾਰ ਇਸ ਤਰ੍ਹਾਂ ਮਾਰਦਾ, ਕਈ ਵਾਰ ਇਸ ਤਰ੍ਹਾਂ ਮਾਰਦਾ। ਉਹਨੂੰ ਕਹਿੰਦੇ ਕਰਗਹਿ। ਜਦੋਂ ਉਹ ਕੱਪੜਾ ਤਿਆਰ ਕਰਦਾ ਨਾ, ਉਹ ਕਰਗਹਿ ਰੱਖਦਾ ਆਪਣੇ ਕੋਲ, ਪਾਹੋ ਕੰਘੀ ਰੱਖਦਾ। ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਧਰਨ ਆਕਾਸ਼ ਕੀ ਕਰਗਹਿ ਬਣਾਈ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਵੀ ਜੁਲਾਇਆ ਹੈ, ਉਸਨੇ ਧਰਤੀ ਅਤੇ ਆਕਾਸ਼ ਨੂੰ ਕੰਘੀ ਬਣਾਇਆ ਹੋਇਆ ਜੀਵਾਂ ਨੂੰ ਅੱਗੇ ਪਿੱਛੇ ਕਰਨ ਵਾਸਤੇ। ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਸ ਪ੍ਰਭੂ ਜੁਲਾਏ ਨੇ, ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਅਤੇ ਆਕਾਸ਼ ਦੀ ਕੰਘੀ ਬਣਾ ਦਿੱਤੀ ਹੈ। ਕਹਿਣ ਲੱਗੇ ਕਬੀਰ ਸਾਹਿਬ, ਜਿਵੇਂ ਮੈਂ ਕੰਘੀ ਰੱਖਦਾ ਨਾ ਉਸ ਧਾਗੇ ਨੂੰ ਅੱਗੇ ਪਿੱਛੇ ਕਰਨ ਵਾਸਤੇ, ਇਸ ਤਰ੍ਹਾਂ ਮੇਰੇ ਪ੍ਰਭੂ ਜੁਲਾਏ ਨੇ ਸੰਸਾਰ ਵਿੱਚ ਧਰਤੀ ਅਤੇ ਆਕਾਸ਼ ਕੰਘੀ ਬਣਾਈ ਹੋਈ ਹੈ। ਤਾਂ ਇੱਕ ਵਾਰੀ ਭਗਤ ਜੀ ਦਾ, ਬਾਬਾ ਸ਼ੇਖ ਫਰੀਦ ਜੀ ਦਾ ਸ਼ਬਦ ਆਉਂਦਾ ਹੈ। ਉਹ ਕਹਿੰਦੇ ਨੇ, ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਇੱਕ ਦਿਨ ਅਸਮਾਨ ਪੁੱਛਦਾ ਧਰਤੀ ਨੂੰ, ਹੇ ਜ਼ਮੀਨ ਇੱਕ ਗੱਲ ਦੱਸ, ਜਿਹੜੇ ਤੇਰੇ ਉੱਤੇ ਬੜਾ ਮਾਣ ਕਰਦੇ ਸਨ, ਆਪਣੇ ਆਪ ਨੂੰ ਨਾਡੂ ਖਾਂ ਸਮਝਦੇ ਸਨ, ਉਹ ਕਿੱਥੇ ਚਲੇ ਗਏ। ਜਦੋਂ ਕੱਪੜਾ ਬੁਣਿਆ ਜਾਂਦਾ ਨਾ, ਜਿਹੜਾ ਧਾਗਾ ਬੜਾ ਉੱਚਾ ਨਜ਼ਰ ਆ ਰਿਹਾ ਹੁੰਦਾ, ਜਦੋਂ ਉਹ ਇੱਕ ਵਾਰੀ ਕੰਘੀ ਫੇਰ ਦਿੰਦਾ, ਉਹ ਧਾਗਾ ਪਤਾ ਨਹੀਂ ਲੱਗਦਾ ਕਿਸ ਪਾਸੇ ਚਲਾ ਜਾਂਦਾ। ਇਸ ਗੱਲ ਨੂੰ ਧਿਆਨ ਨਾਲ ਸੁਣਨਾ। ਜਦੋਂ ਕੰਘੀ ਮਾਰ ਦਿੰਦਾ ਨਾ, ਉਹ ਬਾਕੀ ਧਾਗਾਂ ਵਿੱਚ ਜਾ ਕੇ ਮਿਲ ਜਾਂਦਾ, ਅਤੇ ਜਦੋਂ ਉਹ ਪਾਉਂਦਾ ਉਸ ਵੇਲੇ ਉਹ ਵੱਖਰਾ ਨਜ਼ਰ ਆ ਰਿਹਾ ਹੁੰਦਾ, ਕਿਉਂਕਿ ਅੱਡ ਪਿਆ ਹੁੰਦਾ। ਪਰ ਜਦੋਂ ਕੰਘੀ ਮਾਰ ਕੇ ਅੰਦਰ ਕਰ ਦਿੰਦਾ, ਬਾਕੀ ਧਾਗਾਂ ਦੇ ਨਾਲ ਜਾ ਕੇ ਮਿਲ ਜਾਂਦਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਦੇਖ ਤਾਂ ਸਹੀ, ਕਹਿੰਦੇ ਜਿਮੀ ਪੁੱਛੈ ਅਸਮਾਨ, ਜ਼ਮੀਨ ਨੂੰ ਪੁੱਛਦਾ ਅਸਮਾਨ। ਕਹਿੰਦੇ ਕੇਵਟ ਕਿਨ ਗਏ, ਜਿਹੜੇ ਤੇਰੇ ਉੱਤੇ ਆਪਣੇ ਆਪ ਨੂੰ ਨਾਡੂ ਕਾ ਸਮਝਦੇ ਸਨ, ਉਹ ਕਿੱਥੇ ਚਲੇ ਗਏ। ਲੋਕ ਬੜਾ ਹੰਕਾਰ ਕਰਦੇ ਸੀ, ਇਹ ਧਰਤੀ ਤੇਰੇ ਉੱਤੇ, ਅੱਜ ਮੈਨੂੰ ਉਹ ਨਜ਼ਰ ਨਹੀਂ ਆ ਰਹੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਧਰਤੀ ਆਵਾਜ਼ ਦਿੰਦੀ ਹੈ, ਦੱਸਦੀ ਹੈ ਆਕਾਸ਼ ਨੂੰ। ਕਹਿੰਦੇ ਜਿਮੀ ਪੁੱਛੈ ਅਸਮਾਨ ਫਰੀਦਾ ਕੇਵਟ ਕਿਨ ਗਏ। ਕਹਿੰਦੇ ਜਾਲਨ ਗੋਰਾ ਨਾਲ ਗੁਲਾਮੇ ਜੀ ਸਹਿ। ਕਹਿੰਦੇ ਗੋਰਾਂ ਵਿੱਚ ਸੜ ਗਏ, ਜਾ ਕੇ ਕਬਰਾਂ ਵਿੱਚ ਦਫਨਾਏ ਗਏ, ਅਤੇ ਜਾ ਕੇ ਕਬਰਿਸਤਾਨ ਦੇ ਵਿੱਚ ਦਫਨਾ ਹੋ ਗਏ, ਅਤੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਸੜ ਗਏ। ਕਹਿੰਦੇ ਉਹ ਸਰੀਰ ਇੱਥੇ ਮਾਣ ਕਰਦੇ ਸਨ, ਉਹ ਸਾਰੇ ਇੱਕ ਪਾਸੇ ਲੱਗੇ। ਅਤੇ ਬਾਬਾ ਫਰੀਦ ਜੀ ਕਹਿੰਦੇ ਉਲਾਮੇ ਜੀ ਨੂੰ ਸਹਿਣੇ ਪੈਂਦੇ ਹੈ। ਪੰਡਿਤ ਜੀ ਨੂੰ ਇਹ ਗੱਲ ਸਮਝਾ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਧਰਤੀ 'ਤੇ ਆਕਾਸ਼ ਕਰਗਾ ਬਣਾਈ ਹੈ। ਇੱਥੇ ਸਦੀਵ ਕਾਲ ਪੰਡਿਤ ਜੀ ਨਹੀਂ ਰਹਿਣਾ, ਇੱਥੇ ਤਾਂ ਬਾਕੀ ਦੇ ਨਾਲ ਸਾਨੂੰ ਜੁੜਨਾ ਪੈਣਾ। ਤੂੰ ਆਪਣੇ ਆਪ ਨੂੰ ਵੱਖਰਾ ਸਮਝਦਾ, ਸਾਨੂੰ ਵੱਖਰਾ ਸਮਝਦਾ, ਪਰ ਵਾਹਿਗੁਰੂ ਵੀ ਤਾਂ ਜੁਲਾਇਆ ਹੈ ਨਾ। ਉਸਨੇ ਵੀ ਧਰਤੀ ਅਤੇ ਆਕਾਸ਼ ਦੀ ਇੱਕ ਕੰਘੀ ਬਣਾਈ ਹੋਈ ਹੈ। ਕੰਘੀ ਫੇਰਦਾ, ਉਹ ਆਪਣੇ ਅੰਦਰ ਨੂੰ ਕਰ ਲੈਂਦਾ। ਚੰਦ ਸੂਰਜ ਦੋਏ ਸਾਥ ਚਲਾਈ, ਅਤੇ ਕਹਿਣ ਲੱਗੇ ਚੰਦ ਅਤੇ ਸੂਰਜ ਨੂੰ ਉਹ ਦੋਵੇਂ ਕੰਘੀ ਦੇ ਨਾਲ ਨਾਲ ਨਾਲਾਂ ਬਣਾ ਕੇ ਵਰਤ ਰਿਹਾ ਹੁੰਦਾ ਹੈ। ਜਿਹੜੀ ਨਾਲ ਹੁੰਦੀ ਹੈ ਨਾ,
ਉਸ ਨਾਲ ਦੇ ਨਾਲ ਉਸ ਨੂੰ ਵਰਤ ਰਿਹਾ ਹੁੰਦਾ ਕੰਘੀ ਨੂੰ, ਜਦੋਂ ਉਹ ਧਾਗਾ ਪਾਉਂਦਾ। ਕਹਿੰਦੇ ਇਸ ਤਰ੍ਹਾਂ ਚੰਦ ਅਤੇ ਸੂਰਜ ਦੇ ਵਿੱਚ ਹੀ ਮਨੁੱਖ ਸੰਸਾਰ ਦੇ ਵਿੱਚ ਰਹਿੰਦਾ ਹੈ। ਭਾਵ ਕਿ ਚੰਦ ਅਤੇ ਸੂਰਜ, ਇਹਦਾ ਅਰਥ ਹੈ ਇੱਕ ਦਿਨ। ਦਿਨ ਅਤੇ ਰਾਤ ਨੂੰ ਜੋੜ ਕੇ ਕਿਹਾ ਜਾਂਦਾ ਦਿਨ। 7 ਦਿਨ 7 ਰਾਤਾਂ ਨੂੰ ਕਿਹਾ ਜਾਂਦਾ ਇੱਕ ਹਫ਼ਤਾ। 30 ਦਿਨ ਅਤੇ 30 ਰਾਤਾਂ ਨੂੰ ਕਿਹਾ ਜਾਂਦਾ ਇੱਕ ਮਹੀਨਾ। 12 ਮਹੀਨਿਆਂ ਨੂੰ ਤੇ ਕਿਹਾ ਜਾਂਦਾ ਹੈ ਇੱਕ ਸਾਲ। ਇਸ ਸਾਰੀ ਕੈਲਕੂਲੇਸ਼ਨ ਦੇ ਵਿੱਚ ਪਾਓ ਕਿ ਚੰਦ ਅਤੇ ਸੂਰਜ, ਦਿਨ ਅਤੇ ਰਾਤ, ਇਹ ਜੀਵ ਸੰਸਾਰ ਦੀ ਇਸ ਤਾਨੀ ਦੇ ਵਿੱਚ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਥਾਂ 'ਤੇ ਲਾਇਆ ਹੋਇਆ ਹੈ, ਇਸ ਸੰਸਾਰ ਦੇ ਵਿੱਚ ਭੇਜਿਆ ਹੋਇਆ, ਆਪਣੇ ਹੁਕਮ ਵਿੱਚ ਵਜਿਆ ਹੋਇਆ। ਕਹਿੰਦੇ ਇਸ ਤਰ੍ਹਾਂ ਉਹ ਪਰਮਾਤਮਾ ਸੰਸਾਰ ਨੂੰ ਕਹਿੰਦੇ ਨੇ ਆਪਣੀ ਉਸ ਤਾਨੇ ਨਾਲ ਜਿਵੇਂ ਜੁਲਾਇਆ ਵਰਤਦਾ, ਇਸ ਤਰ੍ਹਾਂ ਇਹਨਾਂ ਜੀਵਾਂ ਨੂੰ ਚੰਦ ਸੂਰਜ ਦੇ ਟਾਈਮ ਦੇ ਵਿੱਚ ਵਰਤ ਰਿਹਾ। ਅਸੀਂ ਕਈ ਵਾਰ ਸੋਚਦੇ ਨਾ ਵੀ ਸੰਸਾਰ ਦੇ ਵਿੱਚ ਅਸੀਂ ਆਏ ਹਾਂ। ਇਹ ਸਮਝਿਆ ਕਰੋ ਕਿ ਰੱਬ ਨੇ ਸਾਨੂੰ ਭੇਜਿਆ, ਰੱਬ ਨੇ ਸਾਨੂੰ ਆਪਣੇ ਵਰਤਣ ਵਾਸਤੇ ਭੇਜਿਆ। ਅਸੀਂ ਰੱਬ ਨੂੰ ਨਹੀਂ ਵਰਤ ਰਹੇ, ਰੱਬ ਸਾਨੂੰ ਵਰਤ ਰਿਹਾ। ਰੱਬ ਆਪਣੇ ਕੰਮ ਸਾਡੇ ਕੋਲੋਂ ਕਰਾ ਰਿਹਾ ਆਪ ਵਿੱਚ ਬੈਠ ਕੇ। ਇਹ ਗੱਲ ਵੱਖਰੀ ਹੈ ਕਿ ਅਸੀਂ ਸੰਸਾਰ ਵਿੱਚ ਆ ਕੇ ਸੰਸਾਰ ਦੇ ਵਿੱਚ ਮਿਲੇ ਹੋਏ ਜੀਵਨ ਦਾ ਹੰਕਾਰ ਕਰਕੇ ਰੱਬ ਨਾਲੋਂ ਟੁੱਟ ਜਾਂਦੇ ਹਾਂ ਅਤੇ ਇਹ ਸਮਝ ਲੈਂਦੇ ਵੀ ਇਹ ਸਭ ਕੁਝ ਅਸੀਂ ਕਰ ਰਹੇ ਹਾਂ। ਨਹੀਂ ਤਾਂ ਸੱਚ ਇਹ ਹੈ, ਸਰਵੇ ਏਕ ਅਨੇਕਾ ਸੁਆਮੀ ਸਬਗੜ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋਹੀ। ਭੋਗ ਅਕਾਲ ਪੁਰਖ ਵਾਹਿਗੁਰੂ ਹੀ ਰਿਹਾ ਹੈ। ਸਾਨੂੰ ਭੁਲੇਖਾ ਪੈ ਸਕਦਾ, ਇਹ ਸੁਭਾਵਿਕ ਹੈ ਪਿਆਰਿਓ। ਕਹਿੰਦੇ ਇਹ ਸਾਰਾ ਸੰਸਾਰ ਨੂੰ ਉਹ ਜੁਲਾਇਆ ਪਰਮਾਤਮਾ ਚਲਾ ਰਿਹਾ ਹੈ ਅਤੇ ਇਸ ਤਰ੍ਹਾਂ ਸੰਸਾਰ ਨੂੰ ਉਹ ਤਾਨਾ ਤਨ ਰਿਹਾ ਸੰਸਾਰ ਦਾ। ਚੰਦ ਸੂਰਜ ਦੇ ਟਾਈਮ ਦੇ ਅੰਦਰ ਧਰਤੀ ਅਤੇ ਆਕਾਸ਼ ਨੂੰ ਉਹਨੇ ਕੰਘੀ ਬਣਾਇਆ ਹੋਇਆ ਹੈ। ਫਿਰ ਅਗਲੇ ਵਚਨ ਕੀਤੇ, ਕਹਿਣ ਲੱਗੇ ਪਾਈ ਜੋਰ ਬਾਤ ਇੱਕ ਕੀਨੀ ਤਹਿ ਤਾਤੀ ਮਨ ਮਾਨਾ। ਜੁਲਾਹੇ ਨੇ ਜਿਹੜੇ ਪੈਰ ਹੁੰਦੇ ਨਾ, ਪੈਰਾਂ ਦੇ ਵਿੱਚ ਜਿਹੜੀ ਜੋੜੀ ਹੁੰਦੀ ਹੈ, ਪਾਓ ਕਿ ਉਸ ਜੁਲਾਏ ਪ੍ਰਭੂ ਨੇ ਜਗਤ ਦੇ ਜਨਮ ਮਰਨ ਦੀ ਖੇਡ ਰਚ ਦਿੱਤੀ। ਜਿਵੇਂ ਦੋਵੇਂ ਪੈਰਾਂ ਦੇ ਨਾਲ ਉਹ ਉਸ ਤਾਨੇ ਨੂੰ ਚਲਾਉਂਦਾ ਨਾ, ਦੋਵੇਂ ਪੈਰ ਵਰਤਦਾ, ਕਦੀ ਉਹ ਪੈਰ ਮਾਰੇਗਾ ਕਦੀ ਉਹ ਪੈਰ ਮਾਰਦਾ, ਤਾਂ ਉਸ ਖੁੱਡੀ ਨੂੰ ਅੱਗੇ ਪਿੱਛੇ ਚਲਾਉਂਦਾ ਹੈ। ਤਾਂ ਇਸ ਤਰ੍ਹਾਂ ਪਰਮਾਤਮਾ ਨੇ ਰੂਪੀ ਜੁਲਾਏ ਨੇ ਇਸ ਸੰਸਾਰ ਨੂੰ ਚਲਾਉਣ ਵਾਸਤੇ ਜਨਮ ਅਤੇ ਮਰਨ ਦੇ 2 ਪੈਰ ਬਣਾ ਦਿੱਤੇ। ਜਨਮ ਮਰਨ ਦੀ ਖੇਡ ਬਣਾ ਦਿੱਤੀ, ਜਿਹਨੂੰ ਮਾਰੇ ਕਹਿੰਦੇ ਆਵਨ ਜਾਨ ਨੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇੱਕ ਖੇਡ ਹੈ ਪਰਮਾਤਮਾ ਵਾਸਤੇ, ਜਨਮ ਦੇ ਦੇਣਾ, ਮੌਤ ਦੇ ਦੇਣੀ। ਉਸਦੇ ਵਾਸਤੇ ਸਿਰਫ ਇੱਦਾਂ ਦੀ ਖੇਡ ਹੈ ਜਿਵੇਂ ਕਿ ਬੱਚੇ ਜਦੋਂ ਖੇਡਣ ਜਾਂਦੇ ਨੇ, ਰੇਤ ਦਾ ਘਰ ਬਣਾਉਂਦੇ ਨੇ, ਸਵੇਰੇ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਨੇ, ਜਦੋਂ ਸ਼ਾਮਾਂ ਪੈਂਦੀਆਂ ਆਪਣੇ ਪੈਰ ਨਾਲ ਢਾਹ ਕੇ ਵਾਪਸ ਆ ਜਾਂਦੇ। ਬੱਚਿਆਂ ਨੂੰ ਪੁੱਛਿਓ ਇੱਕ ਤੁਸੀਂ ਕੀ ਕੀਤਾ, ਪੂਰਾ ਦਿਨ ਲੱਗੇ ਰਹੇ? ਉਹ ਕਹਿੰਦੇ ਖੇਡ ਖੇਡ ਰਹੇ ਸਾਂ, ਮਿੱਟੀ ਦਾ ਘਰ ਬਣਾਇਆ, ਸ਼ਾਮ ਹੋਈ ਉਹ ਖੇਡ ਸਮਾਪਤ ਕਰ ਦਿੱਤੀ। ਇਸ ਤਰ੍ਹਾਂ ਸਾਡੇ ਸਰੀਰਾਂ ਦਾ ਬਣਾਉਣਾ ਪਰਮਾਤਮਾ ਵਾਸਤੇ, ਉਹਨਾਂ ਨੂੰ ਖਤਮ ਕਰ ਦੇਣਾ, ਇਹ ਵਾਹਿਗੁਰੂ ਜੀ ਵਾਸਤੇ ਕੇਵਲ ਖੇਡ ਹੈ। ਆਵਨ ਜਾਨ ਇੱਕ ਖੇਲ ਬਣਾਇਆ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਪਾਈ ਜੋਰ ਬਾਤ ਇੱਕ ਕੀਨੀ। ਉਸ ਪਰਮਾਤਮਾ ਜੁਲਾਏ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਜਗਤ ਦੀ ਜਨਮ ਮਰਨ ਦੀ ਖੇਡ ਰਚ ਦਿੱਤੀ ਹੈ ਅਤੇ ਮੈਂ ਜੁਲਾਏ ਦਾ ਮਨ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਹੈ। ਕਹਿਣ ਲੱਗੇ ਤਹਿ ਤਾਤੀ ਮਨ ਮਾਨਾ। ਤਹਿ ਦਾ ਅਰਥ ਹੈ ਮੈਂ ਜੁਲਾਏ ਦਾ, ਤਾਂਤੀ ਦਾ ਅਰਥ ਹੈ ਮੈਂ ਜੁਲਾਏ ਦਾ ਮਨ। ਕਹਿੰਦੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ ਹੈ। ਮੇਰਾ ਮਨ ਮੰਨ ਗਿਆ ਉਸ ਜੁਲਾਏ ਦੇ ਕੰਮਾਂ ਨੂੰ ਦੇਖ ਕੇ। ਮੈਂ ਬੜਾ ਖੁਸ਼ ਹਾਂ। ਜਿਵੇਂ ਮੈਂ ਕੰਮ ਕਰ ਰਿਹਾ ਜੁਲਾਇਆ, ਉਹ ਰੱਬ ਵੀ ਉੱਦਾਂ ਹੀ ਕੰਮ ਕਰ ਰਿਹਾ। ਦੇਖ ਮੇਰੀ ਅਤੇ ਉਸ ਜੁਲਾਏ ਪਰਮਾਤਮਾ ਦੀ ਬਰਾਦਰੀ ਕੋ, ਤੂੰ ਕਿਉਂ ਨਹੀਂ ਦਿੰਦਾ ਜੁਲਾਏ ਨੂੰ? ਜਿਸ ਰੱਬ ਦੀ ਤੂੰ ਪੂਜਾ ਪਾਠ ਦੇ ਲੋਕਾਂ ਨੂੰ ਗੱਲਾਂ ਕਰਦਾ, ਉਹ ਤਾਂ ਮੇਰੇ ਵਰਗਾ ਜੁਲਾਇਆ ਪਰਮਾਤਮਾ। ਕਹਿੰਦੇ ਉਸ ਜੁਲਾਏ ਦੇ ਨਾਲ ਮੇਰਾ ਮਨ ਮੰਨ ਗਿਆ ਹੈ। ਕਹਿੰਦੇ ਜੁਲਾਹੇ ਘਰ ਆਪਣਾ ਚੀਨਾ ਘਟ ਹੀ ਰਾਮ ਪਛਾਣਾ। ਕਹਿੰਦੇ ਜਿਸ ਨੇ ਇਹ ਖੇਡ ਰਚੀ ਨਾ ਪਰਮਾਤਮਾ ਨੇ, ਮੈਂ ਜੁਲਾਏ ਨੇ ਉਸ ਜੁਲਾਏ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਲਿਆ ਅਤੇ ਆਪਣਾ ਘਰ ਜਿਹੜਾ ਸੀ ਉਹ ਮੈਂ ਲੱਭ ਲਿਆ ਹੈ। ਜੁਲਾਏ ਘਰ ਆਪਣਾ ਕੀਨਾ, ਆਪਣਾ ਘਰ ਕਰ ਲਿਆ। ਪਾਓ ਕਿ ਉਸ ਪਰਮਾਤਮਾ ਦੇ ਚਰਨਾਂ ਨੂੰ ਆਪਣਾ ਘਰ ਬਣਾ ਲਿਆ। ਜਿਸ ਜੁਲਾਏ ਨੇ ਸੰਸਾਰ ਦੀ
ਇਹ ਤਾਨਾ ਤਣਿਆ ਹੋਇਆ ਹੈ, ਇਹ ਸੰਸਾਰ ਨੂੰ ਪੈਦਾ ਕੀਤਾ ਹੋਇਆ, ਸੰਸਾਰ ਦੀ ਰਚਨਾ ਕੀਤੀ ਹੋਈ ਹੈ। ਤੇ ਆਖਣ ਲੱਗੇ ਘਟ ਹੀ ਰਾਮ ਪਹਿਚਾਨਾ, ਮੈਂ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਬੈਠਾ ਪਹਿਚਾਨ ਲਿਆ। ਭਗਤ ਕਬੀਰ ਸਾਹਿਬ ਜੀ ਪੰਡਤ ਜੀ ਨੂੰ ਸੰਬੋਧਨ ਕਰਦਿਆਂ ਕਹਿ ਰਹੇ ਨੇ ਕਿ ਮੈਂ ਆਪਣੇ ਹਿਰਦੇ ਵਿੱਚ ਪਹਿਚਾਨ ਲਿਆ ਉਸ ਰੱਬ ਨੂੰ। ਤੂੰ ਲੋਕਾਂ ਨੂੰ ਕਹਿੰਦਾ ਵੀ ਮੂਰਤੀ ਵਿੱਚ ਰੱਬ ਦੇਖੋ, ਤੂੰ ਲੋਕਾਂ ਨੂੰ ਪੱਥਰ ਦੇ ਦਿੰਦਾ ਵੀ ਇਹ ਰੱਬ ਕਰਕੇ ਪੂਜਾ ਕਰੋ, ਇਹ ਰੱਬ ਹੈ। ਪਰ ਉਸ ਰੱਬ ਦੀ ਜਿਹਦੇ ਪੂਜਾ ਵਾਸਤੇ ਤੂੰ ਲੋਕਾਂ ਨੂੰ ਗੁੰਮਰਾਹ ਕਰਦਾ ਨਾ, ਮੈਂ ਆਪਣੇ ਘੜ ਵਿੱਚ ਇਸ ਵਾਹਿਗੁਰੂ ਨੂੰ ਪਹਿਚਾਨ ਲਿਆ। ਉਸ ਵਾਹਿਗੁਰੂ ਨਾਲ ਸਾਂਝ ਬਣ ਗਈ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿਣ ਲੱਗੇ ਕਹਿਤ ਕਬੀਰ ਕਾਰ ਗੈ ਤੋਰੀ, ਕਾਰਗਰ ਤਥਾ ਜਗਤ ਰੂਪੀ ਕੰਘੀ। ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਸ ਜੁਲਾਏ ਨੇ, ਕਹਿੰਦੇ ਇਸ ਜਗਤ ਕੰਘੀ ਨੂੰ ਤੋੜ ਦਿੰਦਾ ਹੈ। ਉਹ ਪਾਓ ਕਿ ਜੀਵਾਂ ਨੂੰ ਬਣਾਉਂਦਾ, ਨਾਸ ਕਰ ਦਿੰਦਾ, ਪਰਲੋ ਕਰ ਦਿੰਦਾ, ਆਪਣੇ ਹੁਕਮ ਵਿੱਚ ਪੈਦਾ ਕਰਦਾ ਹੈ, ਹੁਕਮ ਦੇ ਅੰਦਰ ਮਾਰ ਦਿੰਦਾ ਹੈ। ਕਹਿੰਦੇ ਇਸ ਅਕਾਲ ਪੁਰਖ ਨੇ ਜਿਹੜੀ ਇਹ ਸੰਸਾਰ ਰੂਪੀ ਖੇਡ ਬਣਾਈ ਸੀ, ਕਹਿੰਦੇ ਇਸ ਨੂੰ ਤੋੜ ਦਿੱਤਾ। ਕਹਿਤ ਕਬੀਰ ਕਾਰ ਗੈ ਤੋਰੀ। ਕਹਿਣ ਲੱਗੇ ਜਿਵੇਂ ਇੱਕ ਜੁਲਾਇਆ ਜਦੋਂ ਖੱਡੀ ਤਿਆਰ ਹੁੰਦੀ ਹੈ, ਜਦੋਂ ਕਿ ਕੱਪੜਾ ਬੁਣ ਜਾਂਦਾ, ਸਭ ਕੁਝ ਹੋ ਜਾਂਦਾ, ਉਹਨੂੰ ਤੋੜ ਕੇ ਪਾਸੇ ਸਿੱਟ ਦਿੰਦਾ। ਇਸ ਤਰ੍ਹਾਂ ਇਸ ਜਗਤ ਨੂੰ ਬਣਾ ਕੇ, ਜਗਤ ਰੂਪੀ ਕੰਘੀ ਨੂੰ ਬਣਾ ਕੇ ਉਸ ਰੱਬ ਨੇ ਤੋੜ ਦਿੱਤਾ। ਸੰਸਾਰ ਨੂੰ ਪੈਦਾ ਕਰਕੇ ਇਹਨੂੰ ਤੋੜ ਦਿੱਤਾ ਹੈ। ਅਤੇ ਸੋਤੈ ਸੋਤ ਮਿਲਾਏ ਕੋਰੀ। ਆਖਣ ਲੱਗੇ ਜਿਵੇਂ ਸੋਤ ਵਿੱਚ ਸੂਤਰ ਰਲਾ ਦਿੰਦਾ, ਭਾਵੇਂ ਸਾਰੇ ਜਗਤ ਨੂੰ ਫਿਰ ਆਪਣੇ ਵਿੱਚ ਮਿਲਾ ਦਿੰਦਾ, ਇਸ ਜਗਤ ਨੂੰ ਤੋੜ ਕੇ ਭੰਨ ਕੇ। ਤਾਂ ਹੀ ਗੁਰਬਾਣੀ ਕਹਿੰਦੀ ਕਿ ਹਮ ਆਦਮੀ ਹਾਂ ਇੱਕਦਮੀ, ਅਹੰਕਾਰ ਨਾ ਕਰੀ, ਇੱਕਦਮ ਦਾ, ਇੱਕਦਮ ਤੋਂ ਬਾਅਦ ਤੇਰਾ ਸਰੀਰ ਟੁੱਟ ਜਾਣਾ। ਤੋੜ ਕੇ ਉਸ ਪਰਮਾਤਮਾ ਨੇ ਆਪਣੇ ਵਿੱਚ ਮਿਲਾਣਾ। ਉਸ ਨੂੰ ਅਸੀਂ ਪੜ੍ਹਦੇ ਹਾਂ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਕੋਤਕ ਹੈ ਸੰਸਾਰ ਦਾ। ਕਬੀਰ ਸਾਹਿਬ ਕਹਿੰਦੇ ਦੇਖ ਤਾਂ ਸਹੀ, ਕਹਿੰਦੇ ਨੇ ਇਸ ਪਰਮਾਤਮਾ ਜੁਲਾਏ ਨੇ ਇਸ ਜਗਤ ਰੂਪੀ ਕੰਘੀ ਨੂੰ ਉਹ ਤੋੜ ਦਿੰਦਾ ਹੈ, ਤਾਂ ਸੂਤਰ ਵਿੱਚ ਸੂਤਰ ਰਲਾ ਦਿੰਦਾ ਹੈ। ਭਾਵ ਸਾਰੇ ਜਗਤ ਨੂੰ ਆਪਣੇ ਵਿੱਚ ਮਿਲਾ ਲੈਂਦਾ, ਇਹਨੂੰ ਤੋੜ ਕੇ। ਪਹਿਲਾਂ ਪੈਦਾ ਕਰਦਾ ਹੈ, ਇਸਦਾ ਖਿਲਾਰਾ ਖਿਲਾਰਦਾ, ਫਿਰ ਸਾਰੇ ਸੂਤਰ ਨੂੰ ਇਕੱਠਾ ਕਰ ਲੈਂਦਾ, ਆਪਣੇ ਵਿੱਚ ਮਿਲਾ ਲੈਂਦਾ। ਗੁਰੂ ਪਿਆਰ ਵਾਲਿਓ, ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਰਾਹੀਂ ਇਹ ਸਮਝਾਉਣਾ ਚਾਹੁੰਦੇ ਨੇ ਕਿ ਸਾਨੂੰ ਆਪਣੀ ਜਾਤ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਸਗੋਂ ਜੇ ਉੱਚੀ ਜਾਤ ਹੋਵੇ ਅਤੇ ਆਪਣੇ ਧਰਮ ਕਰਮ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਜੇ ਧਰਮ ਕਰਮ ਕੇਵਲ ਤਾਂ ਕੇਵਲ ਧਨ ਦੀ ਪ੍ਰਾਪਤੀ ਵਾਸਤੇ ਕੀਤੇ ਜਾ ਰਹੇ ਨੇ, ਇਸ ਦੇ ਨਾਲੋਂ ਤਾਂ ਦੁਨਿਆਵੀ ਤੌਰ ਤੋਂ ਜਿਹੜੇ ਨਜ਼ਰ 'ਚ ਲੋਕਾਂ ਦੀ ਲੱਗਦਾ ਵੀ ਇਹ ਤਾਂ ਮਾਇਆ 'ਚ ਰਚਿਆ ਰਹਿੰਦਾ ਹੈ, ਮਾਇਆ ਦੀ ਕਾਰ ਕਰਦਾ, ਉਹ ਕਾਰ ਚੰਗੀ ਹੈ। ਕਿਉਂਕਿ ਤੂੰ ਧਰਮ ਕਰਮ ਵੀ ਮਾਇਆ ਖਾਤਰ ਹੀ ਕਰ ਰਿਹਾ। ਇਸ ਕਰਕੇ ਇਹ ਧਰਮ ਕਰਮ ਜਿਹੜਾ ਤੂੰ ਮਾਇਆ ਖਾਤਰ ਕਰ ਰਿਹਾ, ਅਤੇ ਤੇਰੀ ਇਹ ਧਰਮ ਕਰਮ ਅਤੇ ਮੇਰਾ ਉਹ ਖੱਡੀ ਤਿਆਰ ਕਰਨਾ, ਦੋਨੋਂ ਚੀਜ਼ਾਂ ਬਰਾਬਰ ਨੇ। ਕਈ ਵਾਰੀ ਆਪਾਂ ਵੀ ਕਹਿੰਦੇ ਵੀ ਮੈਂ ਤਾਂ ਬੜਾ ਧਰਮੀ ਹੋ ਗਿਆ, ਦੇਖੋ ਜੀ ਮੈਂ ਪਾਠ ਪੂਜਾ ਕਰਦਾ, ਬੜਾ ਧਰਮ ਕਰਮ ਕਰਦਾ। ਗੁਰੂ ਪਿਆਰ ਵਾਲਿਓ, ਸੱਚ ਜਾਣਨਾ, ਗੁਰਬਾਣੀ ਸਾਨੂੰ ਇਹਨਾਂ ਭੁਲੇਖਿਆਂ 'ਚੋਂ ਕੱਢਦੀ ਹੈ। ਕਈ ਵਾਰੀ ਸਾਡੇ ਪਾਠ ਵੀ ਦੁਨਿਆਵੀ ਚੀਜ਼ਾਂ ਵਾਸਤੇ ਹੀ ਹੁੰਦੇ ਨੇ। ਪਾਠ ਕਰੋ, ਬਾਣੀ ਪੜ੍ਹੋ, ਪਰ ਹਰ ਵੇਲੇ ਦੁਨਿਆਵੀ ਮੰਗ ਨਹੀਂ। ਬਾਣੀ ਇਸ ਕਰਕੇ ਪੜ੍ਹੋ ਕਿ ਤਾਂ ਕਿ ਬ੍ਰਹਮ ਵਿੱਚ ਲੀਨ ਹੋ ਸਕੀਏ। ਜਿਸ ਬ੍ਰਹਮ ਦੀ ਬਾਣੀ ਪੜ੍ਹਦੇ ਹਾਂ ਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣ ਜਾਏ। ਇਹ ਕੇਵਲ ਬਾਣੀ ਇਸ ਵਾਸਤੇ ਪੜ੍ਹਨੀ ਵੀ ਮੇਰਾ ਇਹ ਕੰਮ ਹੋ ਜਾਏ, ਮੇਰਾ ਇਹ ਕੰਮ ਹੋ ਜਾਏ, ਜਾਂ ਕੋਈ ਕਿਰਤ ਹੀ ਮੰਗਣੀ ਹੈ ਬਦਲੇ ਵਿੱਚ, ਜਾਂ ਕਿਰਤ ਕਰਕੇ ਬਾਣੀ ਪੜ੍ਹਨੀ ਹੈ, ਤਾਂ ਕਬੀਰ ਸਾਹਿਬ ਕਹਿੰਦੇ ਫਿਰ ਜੋ ਤੇਰਾ ਇਹ ਗਿਆਨ ਹੋਣਾ ਧਰਮ ਦਾ, ਉਹਦਾ ਕੋਈ ਲਾਭ ਨਹੀਂ ਹੈ। ਤੇਰਾ ਵਿਦਵਾਨ ਹੋਣ ਦਾ ਵੀ ਕੋਈ ਲਾਭ ਨਹੀਂ ਹੈ। ਇਸ ਕਰਕੇ ਜਦੋਂ ਆਪਾਂ ਕੋਈ ਪਾਠ ਕਰਦੇ ਹਾਂ ਔਰ ਉਸ ਪਾਠ ਦੇ ਬਦਲੇ ਜਦੋਂ ਆਪਾਂ ਸੰਸਾਰੀ ਮੰਗ ਲੈ ਕੇ ਤੁਰਦੇ ਹਾਂ, ਤਾਂ ਉਹ ਸੰਸਾਰੀ ਕਿਰਤ ਦੇ ਨਾਲ ਹੀ ਤੁਲਨਾ ਦਿੱਤੀ ਜਾਂਦੀ ਹੈ। ਇਸ ਕਰਕੇ ਜਦੋਂ ਆਪਾਂ ਬਾਣੀ ਪੜ੍ਹੀਏ ਨਾ, ਬਾਣੀ ਇਸ ਕਰਕੇ ਪੜ੍ਹੀਏ ਵੀ ਅਸੀਂ ਬਾਣੀ ਦੇ ਰਾਹੀਂ ਆਪਣੇ ਜੀਵਨ ਨੂੰ ਪਹਿਚਾਨਣਾ ਹੈ, ਪਰਚੋਲਣਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਖੇਡ ਨੂੰ ਸਮਝਣਾ ਹੈ। ਅਸੀਂ ਕਿਰਤੀ ਨਹੀਂ ਹਾਂ, ਅਸੀਂ ਕੋਈ ਕੰਮ ਨਹੀਂ ਕਰ ਰਹੇ। ਪਰਮਾਤਮਾ ਵੀ ਹਰ ਇੱਕ ਕਿਰਤ ਵਿੱਚ ਬੈਠਾ ਹੋਇਆ ਹੈ,
ਹਰ ਕਿਰਤ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਇੱਕ ਗੱਲ ਤਾਂ ਇਹ ਯਾਦ ਰੱਖੋ, ਕਿਸੇ ਦੀ ਕਿਰਤ ਚੰਗੀ ਜਾਂ ਮਾੜੀ ਨਹੀਂ ਹੈ। ਕਿਸੇ ਦੀ ਉੱਚੀ ਜਾਤ ਹੋਵੇ, ਨੀਵੀਂ ਜਾਤ ਹੋਵੇ, ਇਸ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਗੱਲ ਤਾਂ ਇਹ ਹੈ ਕਿ ਅਸੀਂ ਉਸ ਜਾਤ ਨੂੰ ਪ੍ਰਾਪਤ ਕਰਕੇ ਰੱਬ ਨਾਲ ਜੁੜੇ ਹਾਂ ਕਿ ਨਹੀਂ ਜੁੜੇ। ਜੇ ਨਹੀਂ ਜੁੜੇ ਤਾਂ ਉਹ ਜਾਤ ਸਾਡੀ ਉੱਤਮ ਹੋ ਕੇ ਵੀ ਉੱਤਮ ਨਹੀਂ ਹੋ ਸਕਦੀ। ਇਸ ਤਰ੍ਹਾਂ ਦੀ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਰਾਹੀਂ ਸਾਡੇ ਸਮਕਸ਼ ਰੱਖੀ ਹੈ ਔਰ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਕਿਰਤ ਦੇ ਅੰਦਰ ਮੌਜੂਦ ਹੈ। ਇਸ ਕਰਕੇ ਸੱਚੇ ਦਿਲੋਂ ਆਪਣੀ ਕਿਰਤ ਕਰੋ ਅਤੇ ਉਸ ਪਰਮਾਤਮਾ ਦੀ ਕੀਰਤੀ ਕਰੋ, ਉਸ ਦੀ ਪ੍ਰਾਪਤੀ ਵਾਸਤੇ ਕਿਰਤ ਕਰੋ, ਰੋਜੀ ਰੋਟੀ ਵਾਸਤੇ। ਪਰਮਾਤਮਾ ਦੀ ਕੀਰਤੀ ਕਰਨੀ ਹੈ ਉਸ ਦੀ ਪ੍ਰਾਪਤੀ ਵਾਸਤੇ। ਪਰਮਾਤਮਾ ਦੀ ਕੀਰਤੀ, ਜਾਂ ਅਸੀਂ ਕਹਿੰਦੇ ਵੀ ਮੈਂ ਦੁਕਾਨ ਚਲਾਉਣ ਤੋਂ ਪਹਿਲਾਂ ਮੱਥਾ ਟੇਕ ਕੇ ਆਵਾਂ, ਇਸ ਕਰਕੇ ਮੇਰੀ ਦੁਕਾਨ ਚੰਗੀ ਚੱਲੇ, ਨਹੀਂ, ਮੱਥਾ ਇਸ ਕਰਕੇ ਨਹੀਂ ਟੇਕਣਾ। ਦੁਕਾਨ 'ਤੇ ਕਿਰਤ ਕਰੋ, ਉੱਥੇ ਤੁਹਾਡੀ ਕਿਰਤ ਦਾ ਮਾਮਲਾ ਹੈ। ਪਰ ਜਦੋਂ ਗੁਰਦੁਆਰੇ ਆਓ, ਇੱਥੇ ਰੂਹਾਨੀ ਜੀਵਨ ਲੈਣ ਵਾਸਤੇ ਆਓ। ਵੀ ਇੱਥੇ ਗੁਰਦੁਆਰੇ ਚੱਲੇ ਹਾਂ, ਅਸੀਂ ਰੂਹਾਨੀਅਤ ਸਿੱਖ ਕੇ ਆਉਣੀ ਗੁਰਦੁਆਰੇ ਜਾ ਕੇ। ਇਹ ਨਹੀਂ ਵੀ ਮੈਂ ਨਸਿਆ ਆਵਾਂ, ਮੱਥਾ ਟੇਕ ਕੇ ਵੀ ਮੈਂ ਦੁਕਾਨ 'ਤੇ ਜਾਣਾ, ਮੈਂ ਤਾਂ ਜੀ ਨੌਕਰੀ ਜਾਣਾ, ਮੈਂ ਕੰਮ 'ਤੇ ਜਾਣਾ। ਮੱਥਾ ਟੇਕਣ ਇਸ ਵਾਸਤੇ ਆਉਣਾ ਕਿ ਗੁਰੂ ਨੂੰ ਸਿਜਦਾ ਕਰਨਾ। ਜਿਸ ਗੁਰੂ ਨੇ ਸਿੱਖੀ ਨੂੰ ਰੱਖ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ, ਸਰਦਾਰ ਅਖਵਾਉਂਦੇ ਹਾਂ, ਉਸ ਗੁਰੂ ਨੂੰ ਨਮਸਕਾਰ ਕਰਕੇ ਆਉਣੀ, ਉਹਦਾ ਧੰਨਵਾਦ ਕਰਕੇ ਆਉਣਾ ਵੀ ਸੱਚੇ ਪਾਤਸ਼ਾਹ ਤੇਰੇ ਕਰਕੇ। ਜਿਵੇਂ ਰਾਮਦਾਸ ਮਹਾਰਾਜ ਨੇ ਧੰਨਵਾਦ ਕੀਤਾ ਕਿ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਐ ਚੂਕੇ ਸਭ ਸੋਗ ਸੰਤਾਪੇ। ਗੁਰੂ ਭਲੀ ਕਰੇ, ਕਿਤੇ ਇਹ ਵਿਚਾਰਧਾਰਾ ਸਾਡੇ ਮਨ ਵਿੱਚ ਵਸ ਜਾਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਸੰਗਤਾਂ ਪ੍ਰਤੀ ਬੇਨਤੀ ਹੈ, 2 ਤਰੀਕ ਦਾ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਨੀਵਾਰ ਦਾ ਹਫ਼ਤਾਵਾਰੀ ਦੀਵਾਨ, ਜਿਸ ਦੇ ਵਿੱਚ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਬੰਗਲਾ ਸਾਹਿਬ ਸੀਸਗੰਜ ਸਾਹਿਬ ਉਹ ਵਿਸ਼ੇਸ਼ ਤੌਰ ਤੋਂ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਆਪ ਸੰਗਤਾਂ ਦੇ ਰੂਬਰੂ ਹੋਣਗੇ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ। ਬੜਾ ਮਨੋਹਰ ਕੀਰਤਨ ਕਰਦੇ ਨੇ ਭਾਈ ਅਮਨਦੀਪ ਸਿੰਘ। ਅਕਸਰ ਤੁਸੀਂ ਬੰਗਲਾ ਸਾਹਿਬ ਤੋਂ ਉਹਨਾਂ ਨੂੰ ਲਾਈਵ ਸੁਣਦੇ ਰਹਿੰਦੇ ਹੋ, ਸੋ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।